ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਭਗਤ ਕਬੀਰ ਜੀਓ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ। ਆਦ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਕਬੀਰ ਮੇਰੀ ਜਾਤ ਕੋ, ਸਭ ਕੋ ਹਸਨੇ ਹਾਰ। ਬਲਿਹਾਰੀ ਇਸ ਜਾਤ ਕੋ, ਜਿਹ ਜਪਿਓ ਸਿਰਜਨਹਾਰ। ਸ਼ਲੋਕ ਭਗਤ ਕਬੀਰ ਜੀਓ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਆਪ ਸਰਵਣ ਕਰ ਰਹੇ ਹੋ। ਪਿੱਛੇ ਚੌ ਬੋਲੇ ਬਾਣੀ ਦੀ ਕਥਾ ਸੰਪੂਰਨ ਹੋਈ ਹੈ। ਅੱਗੇ ਭਗਤ ਕਬੀਰ ਜੀ ਦੇ ਸ਼ਲੋਕ ਆਰੰਭ ਹੋ ਰਹੇ ਹਨ। ਅੱਜ ਸੁਭਾਗਾ ਦਿਹਾੜਾ ਹੈ। ਭਗਤ ਕਬੀਰ ਜੀ, ਜਿਨ੍ਹਾਂ ਨੂੰ ਸ਼੍ਰੋਮਣੀ ਭਗਤ ਦਾ ਦਰਜਾ ਦਿੱਤਾ ਗਿਆ ਹੈ, ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਸਤਿਗੁਰੂ ਦੀ ਬਾਣੀ ਫਰਮਾਉਂਦੀ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਭਗਤ ਜੀ ਦੇ ਮਾਤਾ ਪਿਤਾ ਦਾ ਨਾਮ ਬਾਬਾ ਨੀਰੂ ਜੀ ਅਤੇ ਨੀਮਾ ਜੀ ਸੀ। ਜਾਤ ਦੇ ਮੁਸਲਮਾਨ ਜੁਲਾਹੇ ਸਨ। ਬਨਾਰਸ ਦੇ ਵਿੱਚ ਰਹਿੰਦੇ ਸਨ। ਉੱਥੇ ਹੀ ਭਗਤ ਕਬੀਰ ਜੀ ਦਾ ਆਗਮਨ ਹੋਇਆ, ਜਿਨ੍ਹਾਂ ਨੂੰ ਇੱਕ ਧਾਰਮਿਕ ਪ੍ਰਚਾਰਕ ਦੇ ਤੌਰ 'ਤੇ ਜਾਣਿਆ ਗਿਆ। ਕੇਵਲ ਉਹ ਧਾਰਮਿਕ ਪ੍ਰਚਾਰਕ ਹੀ ਨਹੀਂ ਸਨ, ਉਹ ਸਮਾਜ ਸੁਧਾਰਕ ਵੀ ਸਨ ਅਤੇ ਮਹਾਨ ਇਨਕਲਾਬੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ। ਉਹਨਾਂ ਦੀ ਪੰਡਤਾਂ ਨਾਲ, ਮੌਲਵੀਆਂ ਦੇ ਨਾਲ, ਕਾਜ਼ੀਆਂ ਦੇ ਨਾਲ ਚਰਚਾ ਹੁੰਦੀ ਰਹੀ, ਪਰ ਉਹ ਐਸੇ ਅਨੁਭਵੀ ਮਹਾਂਪੁਰਖ ਸਨ
ਉਹ ਆਪਣੇ ਅਨੁਭਵੀ ਵਿਚਾਰਾਂ ਦੁਆਰਾ ਸਭ ਨੂੰ ਲਾਜਵਾਬ ਕਰ ਦਿੰਦੇ ਸਨ। ਇਸੇ ਲਈ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਨ ਅਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਆਓ ਹੁਣ ਆਪਾਂ ਉਹਨਾਂ ਦੀ ਬਾਣੀ, ਜਿਨ੍ਹਾਂ ਨੂੰ ਭਗਤ ਕਬੀਰ ਜੀ ਦੇ ਸ਼ਲੋਕ ਆਖਿਆ ਜਾਂਦਾ ਹੈ, ਉਹਨਾਂ ਦੀ ਵਿਚਾਰ ਦੇ ਨਾਲ ਜੁੜੀਏ। ਆਪ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸ਼ਲੋਕ ਭਗਤ ਕਬੀਰ ਜੀਓ ਕੇ। ਸ਼ਲੋਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ। ਭਗਤ ਕਬੀਰ ਜੀ ਦੇ ਸ਼ਲੋਕ ਨੇ। ਜੀਓ ਸ਼ਬਦ, ਜੀ ਸ਼ਬਦ ਸਤਿਕਾਰ ਦਾ ਬੋਧਕ ਹੈ। ਜਿਵੇਂ ਆਪਾਂ ਛੋਟੇ ਬੱਚਿਆਂ ਨੂੰ ਸਿਖਾਉਂਦੇ ਹਾਂ ਵੀ ਵੱਡਿਆਂ ਨੂੰ ਜੀ ਕਹਿ ਕੇ ਬੁਲਾਉਣਾ, ਅਤੇ ਜੀਓ ਜਦੋਂ ਆਪਾਂ ਊੜੇ ਨਾਲ ਇਸ ਦਾ ਉਚਾਰਨ ਕਰਦੇ ਹਾਂ, ਇਹ ਹੋਰ ਵੀ ਜ਼ਿਆਦਾ ਸਨਮਾਨਪੂਰਵਕ ਸ਼ਬਦ ਬਣ ਜਾਂਦਾ ਹੈ। ਸਤਿਕਾਰ, ਜਿਸ ਦਾ ਬਹੁਤਾ ਸਤਿਕਾਰ ਆਦਰ ਕਰਨਾ ਹੋਵੇ, ਫਿਰ ਉਹਨੂੰ ਜੀਓ, ਆਓ ਜੀ, ਜੀ ਆਇਆਂ ਨੂੰ ਇਉਂ ਸੰਬੋਧਨ ਕਰੀਦਾ। ਅੱਗੇ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਭਗਤ ਕਬੀਰ ਜੀ ਦੇ ਪਾਸ ਕੋਈ ਸਾਧੂ ਆਇਆ। ਉਹ ਆ ਕੇ ਕਹਿਣ ਲੱਗਾ, ਭਗਤ ਜੀ ਤੁਸੀਂ ਮਾਲਾ ਫੇਰਦੇ ਹੋ? ਉਹ ਮਾਲਾ ਫੇਰਦਾ ਹੋਵੇਗਾ। ਅਜੋਕੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸਾਧੂ ਮਹਾਤਮਾ ਲੋਕ ਹੱਥ ਵਿੱਚ ਸਿਮਰਨਾ ਪਾਈ ਫਿਰਦੇ ਨੇ। ਕਈ ਗਲ ਵਿੱਚ ਵੀ ਮਾਲਾ ਪਾ ਲੈਂਦੇ ਨੇ। ਕਈ ਫੌਜਾਂ ਦਮਾਲੇ ਉੱਤੇ ਵੀ ਮਾਲਾ ਸਜਾ ਲੈਂਦੀਆਂ ਨੇ। ਇਹਨੂੰ ਇੱਕ ਸ਼ਿੰਗਾਰ ਵੀ ਕਈਆਂ ਨੇ ਬਣਾ ਲਿਆ। ਸੋ ਰਹੋ ਵਿਚਾਰ। ਮਾਲਾ ਫੇਰਨ ਦਾ ਕੋਈ ਮਹਾਤਮ ਨਹੀਂ ਹੈ। ਮਾਲਾ ਤੇ ਸਿਰਫ ਗਿਣਤੀ ਸੂਚਕ ਹੈ। ਸਾਨੂੰ ਪਤਾ ਲੱਗ ਜਾਵੇ ਅਸੀਂ ਕਿੰਨਾ ਕੁ ਨਾਮ ਜਪਿਆ। ਮਾਲਾ ਦੇ ਮਣਕਿਆਂ ਨੂੰ ਗਿਣ ਕੇ ਅੰਦਾਜ਼ਾ ਲਾਇਆ ਜਾਂਦਾ। ਸਿਮਰਨਾ 28 ਮਣਕਿਆਂ ਦਾ ਹੁੰਦਾ ਹੈ, ਅਤੇ ਅਠੋਤਰੀ ਮਾਲਾ 108 ਮਣਕੇ ਦੀ ਹੁੰਦੀ ਹੈ। ਕਈ ਸਾਧੂ ਹੋਰ ਵੀ ਵੱਡੀਆਂ ਮਾਲਾ ਰੱਖ ਲੈਂਦੇ ਨੇ। ਸੋ ਰਹੋ ਵਿਚਾਰ। ਮਾਲਾ ਫੇਰਨੀ ਕੋਈ ਮਾੜੀ ਗੱਲ ਵੀ ਨਹੀਂ ਹੈ, ਪਰ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਉਹਨਾਂ ਦੀ ਰਸਨਾ ਹੀ ਮਾਲਾ ਬਣ ਜਾਂਦੀ ਹੈ। ਹਰ ਵੇਲੇ ਰਸਨਾ ਤੋਂ ਵਾਹਿਗੁਰੂ 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 ਅਥਵਾ ਹੋਰ ਨਾਮ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਰਾਮ ਰਾਮ, ਖੁਦਾ ਖੁਦਾ, ਅੱਲਾ ਅੱਲਾ, ਉਹ ਨਾਮ ਜਪਦੇ ਰਹਿੰਦੇ ਨੇ। ਇਸ ਲਈ ਭਗਤ ਕਬੀਰ ਜੀ ਉਹ ਸਾਧੂ ਨੂੰ ਉਪਦੇਸ਼ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਲੋ ਭਗਤ ਕਬੀਰ ਜੀ ਫਰਮਾਉਂਦੇ ਹਨ, ਮਹਾਤਮਾ ਜੀ ਅਥਵਾ ਇਹ ਦੁਨੀਆ ਦੇ ਲੋਗੋ, ਮੇਰੀ ਸਿਮਰਨੀ, ਸਿਮਰਨ ਤੋਂ ਭਾਵ ਹੈ ਮਾਲਾ। ਮਾਲਾ ਵੀ ਕਈ ਪ੍ਰਕਾਰ ਦੀਆਂ ਰੱਖਦੇ ਨੇ। ਕਈ ਉੱਨ ਦੀ ਮਾਲਾ, ਕੋਈ ਲੋਹੇ ਦੀ ਮਾਲਾ, ਸਰਬਲੋ ਦੀ ਮਾਲਾ ਵੀ ਕਈ ਰੱਖਦੇ ਨੇ।
ਕਿ ਹਿੰਦੂ ਸਾਧੂ ਰੁਦਰਾਖ ਦੀ ਮਾਲਾ ਵੀ ਰੱਖਦੇ ਨੇ, ਵੱਖੋ ਵੱਖਰੀਆਂ ਮਾਲਾ ਨੇ। ਪਰ ਭਗਤ ਕਬੀਰ ਜੀ ਫਰਮਾਉਂਦੇ ਹਨ, ਮੇਰੀ ਮਾਲਾ ਤੇ ਮੇਰੀ ਜ਼ੁਬਾਨ ਹੀ ਹੈ। ਕਿਉਂ? ਰਸਨਾ ਉੱਪਰ ਰਾਮ, ਮੇਰੀ ਰਸਨਾ ਤੇ ਹਰ ਵੇਲੇ ਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਟਿਕਿਆ ਰਹਿੰਦਾ ਹੈ। ਆਦ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਆਦ ਜੁਗਾਦੀ ਦਾ ਅਰਥ ਹੈ ਜਦ ਤੋਂ ਸੰਸਾਰ ਬਣਿਆ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਦਾ ਸਦਾ ਹਮੇਸ਼ਾ ਲਈ ਜਿੰਨੇ ਭਗਤ ਹੋਏ ਨੇ, ਸਾਰੇ ਭਗਤਾਂ ਨੂੰ, ਚਾਹੇ ਉਹ ਆਰਤ ਭਗਤ ਸਨ, ਅਰਥਾਰਥੀ ਭਗਤ ਸਨ, ਪ੍ਰੇਮੀ ਭਗਤ ਸਨ, ਤੇ ਚਾਹੇ ਗਿਆਨੀ ਭਗਤ ਸਨ, ਉਹਨਾਂ ਨੇ ਵੀ ਰਸਨਾ ਤੋਂ ਨਾਮ ਜਪਿਆ। ਆਦਿ ਜੁਗਾਦੀ ਤੋਂ ਭਾਵ ਸਦਾ ਸਦਾ ਜਿੰਨੇ ਵੀ ਭਗਤ ਹੁਣ ਤੱਕ ਹੋਏ ਨੇ, ਤਾਂ ਕੋ ਸੁਖ ਬਿਸਰਾਮ। ਉਹਨਾਂ ਦਾ ਸੁਖ ਦਾ ਟਿਕਾਣਾ, ਸੁਖ ਦਾ ਮੁਕਾਮ ਪਰਮੇਸ਼ਰ ਦਾ ਨਾਮ ਹੀ ਰਿਹਾ ਹੈ। ਨਾਮ ਦੇ ਨਾਲ ਹੀ ਉਹਨਾਂ ਨੇ ਆਤਮਿਕ ਸੁਖ, ਇਸ ਲੋਕ ਦਾ ਸੁਖ ਤੇ ਪਰਲੋਕ ਦਾ ਸੁਖ ਪ੍ਰਾਪਤ ਕੀਤਾ ਹੈ। ਕਬੀਰ ਮੇਰੀ ਜਾਤ ਕੋ, ਸਭ ਕੋ ਹਸਨੇ ਹਾਰ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਮੇਰੀ ਜਾਤ ਜੁਲਾਹਾ ਹੈ। ਜੁਲਾਹੇ ਕੱਪੜੇ ਬੁਣਨ ਦਾ ਕੰਮ ਕਰਦੇ ਸਨ ਤੇ ਸਾਰੇ ਲੋਕ ਇਹਨਾਂ ਨੂੰ ਮਖੌਲ ਵੀ ਕਰਦੇ ਸਨ। ਇੱਕ ਵੇਦਾਂਤੀਆਂ ਨੇ ਇਹਨਾਂ ਦੀ ਉਦਾਹਰਣ ਘੜੀ ਹੈ। 20 ਜੁਲਾਹੇ ਆਪਣੇ ਘਰੋਂ ਯਾਤਰਾ ਲਈ ਨਿਕਲੇ। ਅੱਗੇ ਬਰਸਾਤੀ ਨਾਲਾ ਆ ਗਿਆ। ਉਹਨਾਂ ਵਿੱਚੋਂ ਇੱਕ ਸਿਆਣਾ ਕਹਿਣ ਲੱਗਾ ਵੀ ਹੁਣ ਬਰਸਾਤੀ ਨਾਲਾ ਆ ਗਿਆ, ਕੱਪੜੇ ਲਾ ਲਓ, ਆਪਾਂ ਇਸ ਨੂੰ ਤਰ ਕੇ ਪਾਰ ਕਰਨੇ। ਪਰ ਉਸ ਵੇਲੇ ਮੌਸਮ ਵਧੀਆ ਸੀ, ਖੁਸ਼ਗਵਾਰ ਸੀ, ਪਾਣੀ ਤੇ ਵਗਦਾ ਨਹੀਂ ਸੀ, ਪਰ ਰੇਤਾ ਜ਼ਰੂਰ ਪਾਣੀ ਵਾਂਗੂ ਚਮਕ ਰਿਹਾ ਸੀ ਤੇ ਇਹਨਾਂ ਨੇ ਉਸ ਰੇਤੇ ਨੂੰ ਪਾਣੀ ਸਮਝ ਕੇ ਕੱਪੜੇ ਲਾ ਲਏ। ਢਿੱਡ ਘਸਾਉਂਦੇ ਹੋਏ, ਘਿਸਰਦੇ ਹੋਏ ਇਹ ਉਸ ਬਰਸਾਤੀ ਨਾਲੇ ਵਿੱਚੋਂ ਦੀ ਪਾਰ ਹੋ ਗਏ। ਜਦੋਂ ਪਰਲੇ ਕਿਨਾਰੇ ਪਹੁੰਚੇ, ਕਹਿਣ ਲੱਗੇ ਗਿਣਤੀ ਕਰ ਲਵੋ, ਪੂਰੇ ਹੀ ਆ, ਕੋਈ ਡੁੱਬ ਤੇ ਨਹੀਂ ਗਿਆ। ਜਦੋਂ ਗਿਣਤੀ ਕਰਨ ਲੱਗੇ, ਜਿਹੜਾ ਗਿਣਤੀ ਕਰਨ ਲੱਗੇ ਆਪਣੇ ਆਪ ਨੂੰ ਭੁੱਲ ਜਾਵੇ, 19 ਗਿਣਤੀ ਹੋਵੇ, ਰੋਣ ਲੱਗ ਪਏ। ਕਹਿੰਦੇ ਸਾਡਾ ਤੇ ਇੱਕ ਬੰਦਾ ਡੁੱਬ ਗਿਆ। ਕੋਈ ਨੇੜੇ ਜ਼ਿਮੀਂਦਾਰ ਸੀ, ਕੋਈ ਜੱਟ ਹਲ ਵਾਹ ਰਿਹਾ ਸੀ। ਉਹ ਇਹਨਾਂ ਨੂੰ ਰੋਂਦਿਆਂ ਨੂੰ ਦੇਖ ਕੇ ਕੋਲ ਆ ਗਿਆ। ਕਹਿੰਦਾ ਭਾਈ ਕੀ ਗੱਲ ਹੈ, ਕਿਉਂ ਰੋਂਦੇ ਹੋ? ਕਹਿੰਦੇ ਸਾਡਾ ਬੰਦਾ ਡੁੱਬ ਗਿਆ। ਕਿੱਥੇ ਡੁੱਬ ਗਿਆ? ਆਹ ਨਾਲੇ ਵਿੱਚ। ਉਹ ਮੱਥੇ 'ਤੇ ਹੱਥ ਮਾਰ ਕੇ ਹੱਸਿਆ, ਕਹਿਣ ਲੱਗਾ ਇਹ ਤਾਂ ਸੁੱਕਾ ਨਾਲਾ ਹੈ, ਬਰਸਾਤੀ ਨਾਲਾ, ਮੀਂਹ ਵੇਲੇ ਇਹਦੇ ਵਿੱਚ ਪਾਣੀ ਆਉਂਦਾ, ਇਹਦੇ ਵਿੱਚ ਕਿਵੇਂ ਡੁੱਬ ਗਿਆ? ਉਹ ਕਹਿੰਦੇ ਫਿਰ ਇੱਕ ਬੰਦਾ ਨਹੀਂ ਲੱਭਦਾ। ਉਹ ਕਹਿੰਦਾ ਲਓ ਤੁਸੀਂ ਲਾਈਨ 'ਚ ਖੜੋ, ਮੈਂ ਗਿਣਤੀ ਕਰਦਾ। ਹੁਣ ਜਦੋਂ 20 ਦੀ 20 ਲਾਈਨ ਦੇ ਵਿੱਚ ਖੜ੍ਹ ਗਏ, ਉਹਨੇ ਸਾਰਿਆਂ ਦੀ 1 2 3 4 ਕਹਿ ਕੇ ਗਿਣਤੀ ਗਿਣੀ ਤੇ ਨਾਲ ਇੱਕ ਹੱਥ ਵਿੱਚ ਉਹਦੇ ਸੋਟੀ ਸੀ, ਸਭ ਦੇ ਸਿਰ 'ਤੇ ਲਾਈ ਗਿਆ ਤੇ ਗਿਣਤੀ 20 ਪੂਰੀ ਹੋ ਗਈ। ਫਿਰ ਬੜੇ ਖੁਸ਼ ਹੋਏ, ਕਹਿੰਦੇ ਆਪਾਂ ਨੂੰ ਤਾਂ ਐਵੇਂ ਭਰਮ ਪੈ ਗਿਆ। ਇਉਂ ਭਗਤ ਕਬੀਰ ਜੀ ਕਹਿੰਦੇ ਮੇਰੀ ਜਿਹੜੀ ਜਾਤ ਜੁਲਾਹਾ ਹੈ, ਸਭ ਕੋ ਹੱਸਣੇ ਹਾਰ, ਸਭ ਦੁਨੀਆ ਦੇ ਵਾਸਤੇ ਹਾਸੇ ਮਜ਼ਾਕ ਦਾ ਕਾਰਨ ਬਣੀ ਹੋਈ ਹੈ। ਹੁਣ ਕਲਗੀਧਰ ਪਾਤਸ਼ਾਹ ਨੇ 10 ਗ੍ਰੰਥ ਸਾਹਿਬ ਜੀ ਦੀ ਅੰਦਰ ਜੋ ਤ੍ਰਿਆ ਚਰਿੱਤਰ ਲਿਖੇ ਨੇ, ਉਹਦੇ ਵਿੱਚ ਵੀ ਇੱਕ ਜੁਲਾਹੇ ਦੀ ਸਾਖੀ ਲਿਖੀ ਹੈ। ਜੁਲਾਹਾ ਸਹੁਰਿਆਂ ਨੂੰ ਗਿਆ ਤੇ ਉਹਨੂੰ ਕਹਿਣ ਲੱਗੇ ਮੈਂ ਛੇਤੀ ਉੱਥੇ ਅੱਪੜਨਾ ਚਾਹੁੰਦਾ, ਮੈਂ ਕਿਵੇਂ ਅੱਪੜ ਸਕਦਾ ਹਾਂ? ਕਿਸੇ ਬੰਦੇ ਨੇ ਆਖਿਆ ਤੂੰ ਉੱਡ ਜਾ ਕਰਦਾ ਜਾਵੇਂ। ਉਹ ਉੱਡਦਾ ਉੱਡਦਾ ਕਰਦਾ ਗਿਆ। ਅੱਗੇ ਕੁਛ ਸ਼ਿਕਾਰੀ ਲੋਕ ਪੰਛੀਆਂ ਨੂੰ ਪਕੜ ਰਹੇ ਸਨ। ਇਹ ਉੱਥੇ ਜਾ ਕੇ ਕਹੀ ਜਾਵੇ ਉੱਡ ਜਾ। ਉਹਨਾਂ ਨੇ ਫੜ ਕੇ 100 ਛਿੱਤਰ ਮਾਰਿਆ। ਅਸੀਂ ਫੜਦੇ ਹਾਂ, ਤੂੰ ਕਹਿੰਦਾ ਉੱਡ ਜਾ। ਉਹ ਕਹਿੰਦਾ ਹੋਰ ਮੈਂ ਕੀ ਆਖਾਂ? ਉਹ ਕਹਿੰਦਾ ਇਉਂ ਕਹੋ ਆ ਫਸ, ਇਹ ਕਹਿੰਦਾ ਜਾ। ਹੁਣ ਉਹ ਜੁਲਾਹਾ ਅੱਗੇ ਤੁਰਿਆ, ਆ ਫਸ ਕਹਿੰਦਾ ਜਾਵੇ
ਅੱਗੇ ਚੋਰ ਲੁਕੇ ਬੈਠੇ ਸਨ। ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗਾ, ਆ ਫਸ, ਆ ਫਸ। ਉਹਨਾਂ ਨੇ ਫੜ ਕੇ ਕੁੱਟਿਆ। ਉਹ ਕਹਿੰਦਾ, ਹੁਣ ਮੈਂ ਕੀ ਕਵਾਂ? ਉਹ ਕਹਿਣ ਲੱਗੇ, ਹੁਣ ਇਹ ਕਹਿ, ਲਿਆਈ ਜਾ ਤੇ ਰੱਖੀ ਜਾ, ਵੀ ਚੋਰੀ ਦਾ ਮਾਲ ਲਿਆਈ ਜਾ ਤੇ ਰੱਖੀ ਜਾ, ਇਹ ਕਹਿ। ਹੁਣ ਅੱਗੇ ਜਦੋਂ ਗਿਆ, ਕਿਸੇ ਪਿੰਡ ਵਿੱਚ ਮੌਤ ਹੋਈ ਸੀ। ਸ਼ਮਸ਼ਾਨ ਘਾਟ ਦੇ ਵਿੱਚ ਲੋਕ ਉਸ ਦਾ ਸੰਸਕਾਰ ਕਰਨ ਵਾਸਤੇ ਇਕੱਠੇ ਹੋਏ। ਉੱਥੇ ਜਾ ਕੇ ਕਹੀ ਜਾਵੇ, ਲਿਆਈ ਜਾ ਤੇ ਰੱਖੀ ਜਾ। ਕਹਿੰਦੇ, ਉਹ ਸਾਡਾ ਬੰਦਾ ਮਰ ਗਿਆ, ਤੂੰ ਉਸ ਇਹ ਕੀ ਕਹਿਣਾ? ਉਹਨਾਂ ਨੇ ਕੁੱਟਿਆ, ਉਹਨਾਂ ਨੇ ਛਿੱਤਰ ਮਾਰੇ। ਉਹ ਕਹਿੰਦਾ, ਮੈਂ ਹੋਰ ਕੀ ਕਵਾਂ? ਉਹ ਕਹਿੰਦੇ, ਤੂੰ ਇਹ ਕਹਿ, ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਅੱਗੇ ਕਿਸੇ ਰਾਜੇ ਦੇ ਘਰੇ ਪੁੱਤਰ ਨਹੀਂ ਸੀ ਹੁੰਦਾ, ਉਹਦੇ ਮਸਾਂ ਪੁੱਤਰ ਹੋਇਆ। ਲੋਕ ਵਧਾਈਆਂ ਦੇਣ ਅਤੇ ਜੁਲਾਹਾ ਕਹੀ ਜਾਵੇ, ਬਹੁਤ ਮਾੜਾ ਹੋਇਆ। ਉੱਥੇ ਛਿੱਤਰ ਖਾਧੇ। ਉਹ ਕਹਿੰਦਾ, ਹੁਣ ਮੈਂ ਕੀ ਕਵਾਂ? ਕਹਿੰਦਾ, ਇਹ ਕਹਿ ਵੀ ਬਹੁਤ ਚੰਗਾ ਹੋਇਆ। ਜੇ ਬਹੁਤ ਚੰਗਾ ਕਿਹਾ ਅਤੇ ਅੱਗੇ ਕਿਸੇ ਦੀ ਮੌਤ ਹੋ ਗਈ ਅਤੇ ਇਹ ਜਾ ਕੇ ਆਖੇ ਵੀ ਬਹੁਤ ਚੰਗਾ ਹੋਇਆ। ਉਹਨਾਂ ਨੇ ਫੜ ਕੇ ਕੁੱਟਿਆ। 1400 ਛਿੱਤਰ ਖਾ ਕੇ ਜੁਲਾਹਾ ਸਹੁਰੇ ਘਰ ਪਹੁੰਚਿਆ ਸੀ। ਇਹ ਕਲਗੀਧਰ ਪਾਤਸ਼ਾਹ ਨੇ ਗਾਥਾ ਲਿਖੀ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ, ਜਿਹੜੀ ਮੇਰੀ ਜਾਤ ਹੈ, ਇਹ ਸਾਰੇ ਲੋਕਾਂ ਦੇ ਵਿੱਚ ਹਾਸੇ ਮਜ਼ਾਕ ਦਾ ਕਾਰਨ ਬਣੀ ਹੋਈ ਹੈ। ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਭਗਤ ਕਬੀਰ ਜੀ ਫਰਮਾਉਂਦੇ ਨੇ, ਮੈਂ ਇਸ ਨੀਵੀਂ ਜਾਤ ਤੋਂ, ਜੁਲਾਹਿਆਂ ਦੀ ਜਾਤ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਜਿਹ ਜਪਿਓ ਸਿਰਜਨਹਾਰ, ਜਿਸ ਕੁਲ ਦੇ ਵਿੱਚ ਪੈਦਾ ਹੋ ਕੇ ਮੈਂ ਉਹ ਸਿਰਜਨਹਾਰ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ। ਕਿਉਂਕਿ ਭਗਤ ਕਬੀਰ ਜੀ ਦਾ ਜਨਮ ਜੁਲਾਹਿਆਂ ਦੇ ਘਰ ਦਾ ਸੀ। ਲੋਕ ਤਾਂ ਮੇਰੀ ਜਾਤ ਨੂੰ ਮਜ਼ਾਕ ਕਰਦੇ ਸਨ, ਮਖੌਲ ਕਰਦੇ ਸਨ, ਹਾਸੇ ਦਾ ਸਬੱਬ ਗਿਣਦੇ ਸਨ, ਪਰ ਮੈਂ ਉਸ ਕੁਲ ਦੇ ਵਿੱਚ ਪੈਦਾ ਹੋ ਕੇ ਵਾਹਿਗੁਰੂ ਦਾ ਨਾਮ ਜਪਿਆ ਅਤੇ ਮੈਂ ਇਸ ਕੁਲ ਨੂੰ ਵੀ ਧਨਤਾ ਯੋਗ ਬਣਾ ਦਿੱਤਾ ਹੈ। ਕਬੀਰ ਡਗਮਗ ਕਿਆ ਕਰਹਿ, ਕਹਾਂ ਡੁਲਾਵਹਿ ਜੀਓ। ਜਾਤ ਦਾ ਅਰਥ ਬੁੱਧੀ ਵੀ ਕੀਤਾ। ਮਹਾਂਪੁਰਖਾਂ ਨੇ ਮੇਰੀ ਬੁੱਧੀ ਨੂੰ, ਮੇਰੀ ਅਕਲ ਨੂੰ ਲੋਕ ਹੱਸਦੇ ਨੇ, ਪਰ ਮੈਂ ਇਸ ਆਪਣੀ ਅਕਲ ਤੋਂ ਸਦਕੇ ਹਾਂ, ਜਿਸ ਨੇ ਅਕਾਲ ਪੁਰਖ ਵਾਹਿਗੁਰੂ 'ਤੇ ਦ੍ਰਿੜ ਭਰੋਸਾ ਕਰਕੇ ਉਹਦਾ ਨਾਮ ਜਪਿਆ ਹੈ। ਹੁਣ ਅੱਗੇ ਤੀਜੇ ਸ਼ਲੋਕ ਦੇ ਵਿੱਚ ਕੋਈ ਜਗਿਆਸੂ ਆਇਆ ਹੈ। ਉਹਦਾ ਮਨ ਡੋਲ ਰਿਹਾ ਸੀ ਕਿ ਮੈਂ ਘਰ ਦੇ ਵਿੱਚ ਰਵਾਂ ਅਤੇ ਜਾਂ ਮੈਂ ਘਰ-ਬਾਰ ਛੱਡ ਕੇ ਭਗਤੀ ਕਰਾਂ। ਇਹੋ ਜਿਹੀ ਹਾਲਤ ਵਿੱਚ ਭਗਤ ਕਬੀਰ ਜੀ ਕੋਲ ਆਇਆ। ਕਹਿੰਦਾ, ਮਹਾਰਾਜ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ? ਤਾਂ ਭਗਤ ਜੀ ਕਹਿੰਦੇ ਨੇ, ਕਬੀਰ ਡਗਮਾ ਕਿਆ ਕਰਹਿ। ਭਗਤ ਜੀ ਕਹਿਣ ਲੱਗੇ, ਭਲਿਆ ਲੋਕਾ, ਕੀ ਡਿਗ ਡੋਲੇ ਖਾਂਦਾ ਫਿਰਦਾ, ਕਿਉਂ ਠੇਡੇ ਖਾਂਦਾ ਫਿਰਦਾ? ਕਹਾਂ ਡੁਲਾਵੈ ਜੀਓ, ਕਿਉਂ ਆਪਣੇ ਜੀਓ ਦਾ ਅਰਥ ਹੈ ਮਨ ਨੂੰ ਡੁਲਾਉਣਾ। ਮਾਇਆ ਦੇ ਚਸਕਿਆਂ ਦੇ ਵਿੱਚ, ਮਾਇਆ ਦੇ ਵਿਸ਼ਿਆਂ ਅਤੇ ਨਸ਼ਿਆਂ ਦੇ ਵਿੱਚ ਕਿਉਂ ਆਪਣੇ ਮਨ ਨੂੰ ਡੁਲਾ ਰਿਹਾ ਹੈ। ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਲਓ, ਸਾਰੇ ਸੁੱਖਾਂ ਦਾ ਨਾਇਕੋ ਦਾ ਅਰਥ ਹੈ ਮਾਲਕ, ਅਕਾਲ ਪੁਰਖ ਹੈ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ। ਜੇ ਸਾਰੇ ਸੁੱਖ ਚਾਹੁੰਦੇ ਹੋ ਤਾਂ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਓ। ਸਾਰੇ ਸੁੱਖਾਂ ਦਾ ਮਾਲਕ, ਸਾਰੇ ਸੁੱਖਾਂ ਦਾ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਹੈ। ਰਾਮ ਨਾਮ ਰਸ ਪੀਓ, ਉਸ ਵਾਹਿਗੁਰੂ ਦੇ ਨਾਮ ਰਸ ਨੂੰ ਪਾਈ ਪੀਓ। ਨਾਮ ਦਾ ਰਸ ਸਭ ਤੋਂ ਉੱਤਮ ਰਸ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਥ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਭਾਈ ਸਾਰਿਆਂ ਨੂੰ ਉਸ ਵਾਹਿਗੁਰੂ ਦਾ ਨਾਮ ਰਸ ਪੀਣਾ ਚਾਹੀਦਾ ਹੈ। ਕਬੀਰ ਕੰਚਨ ਕੇ ਕੁੰਡਲ ਬਨੇ, ਉਪਰ ਲਾਲ ਜੜਾਓ। ਲੋ ਹੁਣ ਅੱਗੇ ਭਗਤ ਕਬੀਰ ਜੀ ਫਰਮਾਉਂਦੇ ਨੇ, ਕੋਈ ਚੰਗਾ ਅਮੀਰ ਬੰਦਾ ਸੀ। ਉਹਦੇ ਕੰਨਾਂ ਦੇ ਵਿੱਚ ਸੋਨੇ ਦੇ ਤੁੰਗਲ ਪਾਏ ਹੋਏ ਸਨ ਅਤੇ ਉਹਨਾਂ ਨੂੰ ਵਾਲੇ ਵੀ ਕਹਿ ਦਿੰਦੇ ਹਨ। ਉਹਨੂੰ ਵੇਖ ਕੇ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ,
ਭਲਿਆ ਲੋਕਾ ਤੇਰੇ ਕੰਨਾਂ ਵਿੱਚ ਸੋਨੇ ਦੇ ਕੁੰਡਲ ਬਣੇ ਦਾ ਅਰਥ ਹੈ ਬੜੇ ਫਬੇ ਹੋਏ ਨੇ, ਬੜੇ ਜੱਚ ਰਹੇ ਨੇ, ਬੜੇ ਸੋਹਣੇ ਲੱਗ ਰਹੇ ਨੇ। ਜਿਹੜੇ ਕੰਨਾਂ ਵਿੱਚ ਤੂੰ ਵਾਲੇ ਪਾਏ ਨੇ ਬੜੇ ਸੋਹਣੇ ਫਬੇ ਹੋਏ ਨੇ, ਉੱਪਰ ਲਾਲ ਜੜਾਓ, ਫਿਰ ਇਹਨਾਂ ਦੇ ਉੱਪਰ ਲਾਲ ਵੀ ਜੜੇ ਹੋਏ ਨੇ। ਭਾਵ ਕਈ ਜਿਹੜੇ ਸੋਨੇ ਦੇ ਗਹਿਣਿਆਂ ਦੇ ਵਿੱਚ ਹੀਰੇ ਵੀ ਜੜ ਲੈਂਦੇ ਨੇ। 9 ਕਿਸਮ ਦੇ ਰਤਨ ਨੇ। ਚਿੱਟੇ ਰੰਗ ਦੇ ਰਤਨ ਨੂੰ ਹੀਰਾ ਕਹਿ ਦਿੰਦੇ ਨੇ, ਹਰੇ ਰੰਗ ਦੇ ਰਤਨ ਨੂੰ ਸਵਰਾਜ ਕਹਿ ਦਿੰਦੇ ਹਨ, ਅਤੇ ਹੋਰ ਵੱਖੋ ਵੱਖਰੇ ਉਹਨਾਂ ਦੇ ਨਾਮ ਨੇ। ਹਾਜ਼ੂਰ ਕਹਿੰਦੇ ਦੇਖ ਤੇਰੇ ਕੰਨਾਂ ਵਿੱਚ ਬੜੇ ਸੋਹਣੇ ਵਾਲੇ ਬਣੇ ਹੋਏ ਨੇ ਸੋਨੇ ਦੇ, ਅਤੇ ਉਹਨਾਂ ਦੇ ਉੱਪਰ ਬੜੇ ਸੋਹਣੇ ਲਾਲ ਵੀ ਕੀਮਤੀ ਜੜੇ ਹੋਏ ਹਨ। ਦੀਸਹਿ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਓ। ਲੋ ਭਗਤ ਜੀ ਕਹਿੰਦੇ ਜੇ ਆਦਮੀ ਅਮੀਰੀ ਦੀ ਹੈਂਕੜ ਦੇ ਵਿੱਚ ਵਾਹਿਗੁਰੂ ਦੇ ਨਾਮ ਤੋਂ ਵਾਂਝਾ ਹੋ ਗਿਆ, ਜਿਨ ਮਨ ਨਾਹੀ ਨਾਓ, ਜੀ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਦਿਸਹਿ ਦਾਦੇ ਕਾਨ ਜਿਉ, ਵੀ ਉਹ ਜਿਹੜੇ ਸੋਨੇ ਦੇ ਕੁੰਡਲ ਨੇ ਜਿਨ੍ਹਾਂ ਵਿੱਚ ਲਾਲ ਵੀ ਜੜੇ ਹੋਏ ਨੇ, ਸਾਨੂੰ ਤਾਂ ਸੜੇ ਹੋਏ ਕਾਨੇ ਵਾਂਗੂ ਪ੍ਰਤੀਤ ਹੁੰਦੇ ਨੇ। ਜਿਹੜਾ ਕਾਨਾ ਸੜਿਆ ਹੋਵੇ ਉਹਦੇ ਵਿੱਚ ਸਵਾਹੀ ਹੁੰਦੀ ਹੈ ਨਾ, ਹੋਰ ਤਾਂ ਉਹਦੇ ਵਿੱਚ ਕੁਛ ਨਹੀਂ ਹੁੰਦਾ। ਜਾਂ ਕਾਨ ਦਾ ਅਰਥ ਕਾਨਣ, ਜੰਗਲ ਵੀ ਕੀਤਾ। ਸਾਨੂੰ ਤਾਂ ਸੜੇ ਜੰਗਲ ਵਾਂਗੂ ਉਹ ਦਿਸਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੁੰਦਾ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਐਸਾ ਪੁਰਸ਼ ਕੋਈ ਇੱਕ ਅੱਧਾ ਹੀ ਹੁੰਦਾ ਹੈ। ਕਿਹੜਾ? ਜੋ ਜੀਵਤ ਮਿਰਤਕ ਹੋਏ, ਜਿਹੜਾ ਜਿਉਂਦੇ ਜੀ ਮਰਿਆ ਹੋਵੇ। ਜਿਉਂਦੇ ਜੀ ਮਰਨ ਤੋਂ ਭਾਵ ਕੀ ਹੈ? ਜਿਹੜਾ ਜਿਉਂਦੇ ਜੀ ਸੰਸਾਰ ਦਾ, ਮਾਇਆ ਦਾ, ਪਰਿਵਾਰ ਦਾ, ਸਰੀਰ ਦਾ ਮੋਹ ਤਿਆਗ ਦੇਵੇ, ਉਹਨੂੰ ਜਿਉਂਦਾ ਮਿਰਤਕ ਆਖਿਆ ਜਾਂਦਾ। ਪਰ ਜਿਉਂਦੇ ਜੀ ਸੰਸਾਰ ਅਤੇ ਸਰੀਰ ਦਾ ਮੋਹ ਛੱਡਣਾ ਬਹੁਤ ਔਖਾ ਹੈ। ਕੁਰਬਾਨ ਕੀਤਾ ਤਿਸਾ ਵਿਟੋਂ ਜਨ ਮੋਹ ਮਿੱਠਾ ਲਾਇਆ। ਮੋਹ ਦੀਆਂ ਤੰਦਾਂ ਬਹੁਤ ਪੀੜੀਆਂ ਹੁੰਦੀਆਂ ਨੇ, ਹੱਥਾਂ ਨਾਲ ਨਹੀਂ ਖੁੱਲ੍ਹਦੀਆਂ। ਇਸੇ ਵਾਸਤੇ ਕਬੀਰ ਭਗਤ ਜੀ ਕਹਿੰਦੇ ਨੇ ਬਈ ਮੈਂ ਇਹੋ ਜਿਹਾ ਆਦਮੀ ਵਿਰਲਾ ਹੀ ਵੇਖਿਆ ਹੈ, ਇੱਕ ਅੱਧਾ ਹੀ ਕੋਈ ਹੋ ਸਕਦਾ ਹੈ ਜਿਹੜਾ ਜਿਉਂਦੇ ਜੀ ਮਰਿਆ ਹੋਵੇ, ਜਿਸ ਨੇ ਜਿਉਂਦੇ ਜੀ ਸੰਸਾਰ ਦਾ, ਪਰਿਵਾਰ ਦਾ, ਮਾਇਆ ਦਾ, ਸਰੀਰ ਦਾ ਮੋਹ ਤਿਆਗ ਦਿੱਤਾ ਹੋਵੇ। ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ। ਫਿਰ ਹਰ ਤਰ੍ਹਾਂ ਦੇ ਭੈ ਤੋਂ, ਲੋਕ ਲੱਜਿਆ ਦੇ ਭੈ ਤੋਂ ਬੇਪਰਵਾਹ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਰਿਹਾ ਹੋਵੇ, ਅਤੇ ਫਿਰ ਉਹਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਜਤ ਪੇਖੋਂ ਤਤ ਸੋਏ। ਜਿੱਧਰ ਵੀ ਦੇਖਦਾ ਉਸੇ ਪਾਸੇ ਉਸ ਨੂੰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਸਰਬ ਜੋ ਤੇਰੀ ਪਸਰ ਰਹੀ ਜਹ ਜਹ ਦੇਖਾਂ ਤੈ ਨਰ ਹਰੀ। ਜਿਵੇਂ ਭਾਈ ਕਨ੍ਹਈਆ ਜੀ ਤੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਸੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਉਹਨਾਂ ਨੂੰ ਸਾਰਿਆਂ ਦੇ ਵਿੱਚ ਹੀ ਕਲਗੀਧਰ ਪਾਤਸ਼ਾਹ ਦੇ ਦੀਦਾਰ ਹੁੰਦੇ ਸਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਸਭ ਮੈਂ ਰਹਿਆ ਸਮਾਏ। ਗੁਰੂ ਵੀ ਵਿਆਪਕ ਹੈ। ਕਬੀਰ ਐਸਾ ਏਕ ਆਦਮ, ਇੱਕ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਤੇ ਆਦ ਅੱਧੇ ਤੋਂ ਭਾਵ ਹੈ ਜਗਿਆਸੂ ਸਾਧਕ। ਕੋਈ ਇੱਕ ਅੱਧਾ ਹੀ ਇਹੋ ਜਿਹਾ ਮਹਾਂਪੁਰਖ ਦੁਨੀਆ ਦੇ ਵਿੱਚ ਹੁੰਦਾ। ਕੋਟਨ ਮੈਂ ਨਾਨਕੋ ਨਾਰਾਇਣ ਜਿਹੇ ਚੀਤ। ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ। ਵੀ ਜਿਹੜਾ ਲੋਕ ਲੱਜਿਆ ਦੇ ਭੈ ਤੋਂ ਬੇਪਰਵਾਹ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੋਵੇ, ਅਤੇ ਜਿਸ ਨੂੰ ਸਾਰੇ ਪਾਸੇ ਵਾਹਿਗੁਰੂ ਦੇ ਦੀਦਾਰ ਹੁੰਦੇ ਹੋਣ। ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ।
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ। ਲੋ ਭਗਤ ਕਬੀਰ ਜੀ ਆਪਣਾ ਅਨੁਭਵੀ ਵਿਚਾਰ ਪ੍ਰਗਟ ਕਰਦੇ ਹਨ ਵੀ ਮੈਂ ਜਿਸ ਦਿਨ ਤੋਂ ਜੀਵਤ ਭਾਵ ਤੋਂ ਮਰਿਆ, ਜਿਉਂਦੇ ਜੀ ਸੰਸਾਰ ਦਾ, ਮਾਇਆ ਦਾ, ਪਰਿਵਾਰ ਦਾ ਤੇ ਸਰੀਰ ਦਾ ਮੋਹ ਤਿਆਗ ਦਿੱਤਾ, ਉਹਦੇ ਪਿੱਛੋਂ ਕੀ ਮਿਲਿਆ? ਪਾਛੈ ਭਇਆ ਆਨੰਦ, ਪਿੱਛੋਂ ਮੈਨੂੰ ਬਹੁਤ ਭਾਰੀ ਆਨੰਦ ਪ੍ਰਾਪਤ ਹੋਇਆ। ਜਦੋਂ ਆਦਮੀ ਦਾ ਸੰਸਾਰ ਵੱਲੋਂ, ਸਰੀਰ ਵੱਲੋਂ ਨਾਤਾ ਟੁੱਟ ਜਾਂਦਾ ਹੈ, ਉਹਦੀ ਸੂਰਤ ਅਕਾਲ ਪੁਰਖ ਦੇ ਨਾਲ ਜੁੜ ਜਾਂਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸਲੀ ਜਿਹੜਾ ਆਨੰਦ ਹੈ ਨਾ, ਉਹ ਸदैਵੀ ਜੀਵਨ, ਆਤਮਿਕ ਜੀਵਨ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਆਹ ਜੀਵਨ ਤੇ ਮੌਤ ਦੇ ਸਾਏ ਹੇਠ ਘਿਰਿਆ ਹੋਇਆ ਹੈ। ਅਸੀਂ ਮੌਤ ਦੇ ਸਾਏ ਹੇਠਾਂ ਜੀ ਰਹੇ ਹਾਂ। ਪਰ ਜਦੋਂ ਸਰੀਰ ਦਾ ਮੋਹ ਟੁੱਟ ਜਾਂਦਾ ਹੈ, ਦੇਹ ਅਧਿਆਸ ਮਿਟ ਜਾਂਦਾ ਹੈ, ਆਤਮਿਕ ਜੀਵਨ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹ ਕਦੀ ਨਾਸ਼ ਨਹੀਂ ਹੁੰਦਾ। ਇਸੇ ਲਈ ਭਗਤ ਕਬੀਰ ਜੀ ਨੇ ਆਖਿਆ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਮਰਨ ਤੋਂ ਬਾਅਦ ਬਹੁਤ ਆਨੰਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਲਓ ਜੀਵਤ ਭਾਵ ਤੋਂ ਮਰ ਕੇ ਮੈਨੂੰ ਤੇ ਆਪਣਾ ਮਾਲਕ ਵਾਹਿਗੁਰੂ ਪਰਮੇਸ਼ਰ ਮਿਲ ਗਿਆ। ਕਿਉਂ? ਵਾਹਿਗੁਰੂ ਦੇ ਘਰ ਪਹੁੰਚਣ ਵਾਸਤੇ ਵੀ ਇੱਕ ਸ਼ਰਤ ਪੂਰੀ ਕਰਨੀ ਪੈਂਦੀ ਹੈ। ਉਹ ਕਿਹੜੀ ਸ਼ਰਤ ਹੈ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜੇ ਅੰਮ੍ਰਿਤ ਦੀ ਦਾਤ ਲੈਣੀ ਹੈ ਤਾਂ ਵੀ ਮੌਤ ਨੂੰ ਕਬੂਲਣਾ ਪੈਂਦਾ, ਆਪਣਾ ਸਿਰ ਗੁਰੂ ਨੂੰ ਭੇਟ ਕਰਨਾ ਪੈਂਦਾ, ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸੇ ਲਈ ਹਾਜ਼ੂਰ ਕਹਿੰਦੇ ਨੇ, ਜਦੋਂ ਮੈਂ ਜੀਵਤ ਭਾਵ ਤੋਂ ਮਰਿਆ, ਮੈਨੂੰ ਆਪਣਾ ਵਾਹਿਗੁਰੂ ਮਿਲ ਗਿਆ ਤੇ ਬੜਾ ਆਨੰਦ ਪ੍ਰਾਪਤ ਹੋ ਗਿਆ। ਸੰਗੀ ਭਜੈ ਗੋਬਿੰਦ, ਜਿਹੜੇ ਮੇਰੇ ਸੰਗੀ ਸਾਥੀ ਸਨ, ਮੇਰੇ ਮਿੱਤਰ ਪਿਆਰੇ ਸਨ, ਉਹ ਵੀ ਹੁਣ ਮੇਰੇ ਨਾਲ ਮਿਲ ਕੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ ਨੇ। ਉਹਨਾਂ ਨੂੰ ਵੀ ਨਾਮ ਦੀ ਭਗਤੀ ਦੀ ਲਾਗ ਲੱਗ ਗਈ ਹੈ। ਅਥਵਾ ਸੰਗੀ ਤੋਂ ਭਾਵ ਹੈ ਜਿਹੜੇ ਗਿਆਨ ਇੰਦਰੀਏ ਨੇ। ਅੰਤਰ ਗੁਰਿਆ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਉਹ ਵੀ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ ਹਨ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਲੋ ਕਬੀਰ ਭਗਤ ਜੀ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਤੁਹਾਡਾ ਮਿੱਤਰ ਕੌਣ ਹੈ? ਤੁਸੀਂ ਕਿਹਦੇ ਨਾਲ ਆਪਣਾ ਪਿਆਰ ਕਰਦੇ ਹੋ? ਤਾਂ ਭਗਤ ਜੀ ਨੇ ਉਸ ਮਿੱਤਰ ਦੀ ਨਿਸ਼ਾਨੀ ਇਹ ਦੱਸੀ ਹੈ ਵੀ ਜਿਹੜਾ ਆਪਣੇ ਆਪ ਨੂੰ ਸਭ ਤੋਂ ਬੁਰਾ, ਸਭ ਤੋਂ ਭੈੜਾ, ਸਭ ਤੋਂ ਨੀਵਾਂ ਸਮਝਦਾ ਹੈ। ਹਮ ਤਜ ਭਲੋ ਸਭ ਕੋਈ, ਆਪਣੇ ਆਪ ਨੂੰ ਛੱਡ ਕੇ ਸਾਰਿਆਂ ਨੂੰ ਚੰਗਾ ਸਮਝਦਾ। ਜਿਹੜਾ ਆਮ ਦੁਨਿਆਵੀ ਮਨੁੱਖ ਹੈ, ਉਹਦੀ ਇਹ ਦ੍ਰਿਸ਼ਟੀ ਹੈ, ਉਹ ਆਪਣੇ ਆਪ ਨੂੰ ਚੰਗਾ ਸਮਝਦਾ, ਦੂਜਿਆਂ ਨੂੰ ਮਾੜਾ ਸਮਝਦਾ। ਆਪਣੇ ਵਿੱਚ ਗੁਣ ਵੇਖਦਾ, ਦੂਜੇ ਵਿੱਚ ਔਗੁਣ ਵੇਖਦਾ ਰਹਿੰਦਾ। ਜਦੋਂ ਵੀ ਸਾਡੀ ਉਂਗਲ ਉੱਠਦੀ ਹੈ, ਦੂਜੇ ਵੱਲ ਉੱਠਦੀ ਹੈ। ਪਰ ਅਸੀਂ ਉਸ ਵੇਲੇ ਇਸ ਗੱਲ ਨੂੰ ਭੁੱਲ ਜਾਂਦੇ ਹਾਂ, ਜਦੋਂ ਇੱਕ ਉਂਗਲ ਸਾਡੀ ਦੂਜੀ ਵੱਲ ਉੱਠਦੀ ਹੈ, 3 ਉਂਗਲਾਂ ਸਾਡੇ ਆਪਣੇ ਵੱਲ ਵੀ ਇਸ਼ਾਰਾ ਕਰਦੀਆਂ ਨੇ ਬਈ ਤੂੰ ਆਪਣੇ ਅੰਦਰ ਵੀ ਝਾਤ ਮਾਰ, ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਉਹ ਔਗੁਣ ਤੇਰੇ ਵਿੱਚ ਤਾਂ ਨਹੀਂ ਜੋ ਦੂਜੇ ਵਿੱਚ ਦੇਖ ਰਿਹਾ ਹੈ, ਪਰ ਅਸੀਂ ਆਪਣੇ ਅੰਦਰ ਨਹੀਂ ਝਾਤੀ ਮਾਰਦੇ, ਦੂਜੇ ਦੇ ਔਗੁਣ ਹੀ ਛਾਂਟਦੇ ਰਹਿ ਜਾਂਦੇ ਹਾਂ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜੇ ਚੰਗਾ ਬਣਨਾ ਨਾ ਤੇ ਚੰਗਾ ਅਖਵਾ ਕੇ ਚੰਗਾ ਨਹੀਂ ਬਣਿਆ ਜਾ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਦੇ ਉਪਦੇਸ਼ ਹਨ, ਆਪਸ ਕਉ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੇ। ਜੇ ਅੰਨਾ ਆਦਮੀ ਆਖੇ ਮੈਂ ਸੁਜਾਖਾ ਹਾਂ, ਉਹਨੂੰ ਕਦੇ ਵੀ ਦ੍ਰਿਸ਼ਟੀ ਨਹੀਂ ਪ੍ਰਾਪਤ ਹੋ ਸਕਦੀ, ਨਿਗਾਹ ਨਹੀਂ ਪ੍ਰਾਪਤ ਹੋ ਸਕਦੀ। ਜਿਹੜਾ ਇਸ ਗੱਲ ਦਾ ਅਹਿਸਾਸ ਕਰੇ ਵੀ ਮੈਂ ਅੰਨਾ ਹਾਂ, ਤੇ ਫਿਰ ਉਹਦਾ ਇਲਾਜ ਹੁੰਦਾ। ਜਿਹੜਾ ਇਹ ਨਾ ਮੰਨੇ ਮੈਂ ਬਿਮਾਰ ਹਾਂ, ਉਹਦਾ ਇਲਾਜ ਕਿਵੇਂ ਹੋਵੇਗਾ?
ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਅਸੀਂ ਤੇ ਸਾਰਿਆਂ ਤੋਂ ਬੁਰੇ ਹਾਂ, ਸਾਰਿਆਂ ਤੋਂ ਮਾੜੇ ਹਾਂ, ਸਾਨੂੰ ਜੋ ਕਹਿਣਾ ਕਹਿ ਲਵੋ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਸਾਨੂੰ ਛੱਡ ਕੇ ਸਾਰੇ ਹੀ ਚੰਗੇ ਹਨ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਐਸਾ ਨਿਰਣਾ ਕਰਕੇ ਵਿਵੇਕ ਬੁੱਧੀ ਦੇ ਨਾਲ ਇਸ ਤੱਥ ਨੂੰ ਸਮਝਿਆ ਹੈ, ਅਸਲੀ ਭਾਈ ਉਹ ਸਾਡਾ ਮਿੱਤਰ ਹੈ। ਨਹੀਂ ਤੇ ਹਰ ਆਦਮੀ ਆਪਣੇ ਆਪ ਨੂੰ ਚੰਗਾ ਹੀ ਸਦਵਾਉਂਦਾ ਹੈ, ਦੂਜੇ ਨੂੰ ਮਾੜਾ ਗਰਦਾਨਦਾ ਹੈ। ਕ੍ਰਿਸ਼ਨ ਭਗਵਾਨ ਜੀ ਜਦੋਂ ਪਾਂਡਵਾਂ ਤੇ ਕੌਰਵਾਂ ਦਾ ਸਮਝੌਤਾ ਕਰਾਉਣ ਦੇ ਲਈ ਹਸਤਨਾਪੁਰ ਪਹੁੰਚੇ ਹਨ, ਤੇ ਉਸ ਵੇਲੇ ਦੁਰਯੋਧਨ ਨੂੰ ਆਖਿਆ, ਤੂੰ ਕੋਈ ਮਾੜਾ ਆਦਮੀ ਲੱਭ ਕੇ ਲਿਆ। ਯੁਧਿਸ਼ਠਿਰ ਨੂੰ ਆਖਿਆ, ਤੂੰ ਕੋਈ ਚੰਗਾ ਧਰਮੀ ਬੰਦਾ ਲੱਭ ਕੇ ਲੈ ਕੇ ਆ। ਦੋਵੇਂ ਜਾਣੇ ਗਏ, 2-3 ਘੰਟੇ ਬਾਅਦ ਖਾਲੀ ਮੁੜ ਕੇ ਵਾਪਸ ਆ ਗਏ। ਯੁਧਿਸ਼ਠਿਰ ਨੂੰ ਪੁੱਛਿਆ, ਭਾਈ ਤੂੰ ਮਾੜਾ ਆਦਮੀ ਲੱਭਣ ਗਿਆ ਸੀ, ਕੋਈ ਲੱਭਿਆ ਨਹੀਂ? ਉਹਦਾ ਜਵਾਬ ਸੀ, ਕਹਿਣ ਲੱਗਾ, ਮੈਨੂੰ ਕੋਈ ਮਾੜਾ ਆਦਮੀ ਦਿਸਿਆ ਹੀ ਨਹੀਂ। ਜਿਸ ਆਦਮੀ ਕੋਲ ਮੈਂ ਗਿਆ, ਕੋਈ ਨਾ ਕੋਈ ਗੁਣ, ਕੋਈ ਨਾ ਕੋਈ ਚੰਗਿਆਈ, ਕੋਈ ਨਾ ਕੋਈ ਨੇਕੀ ਮੈਨੂੰ ਉਹਦੇ ਵਿੱਚ ਨਜ਼ਰ ਆਈ। ਦੁਰਯੋਧਨ ਨੂੰ ਪੁੱਛਿਆ, ਉਹ ਕਹਿੰਦਾ, ਮੈਨੂੰ ਕੋਈ ਚੰਗਾ ਆਦਮੀ ਨਹੀਂ ਲੱਭਿਆ। ਉਹਦੀ ਆਪਣੀ ਦ੍ਰਿਸ਼ਟੀ ਉਹੋ ਜਿਹੀ ਸੀ। ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ, ਉਹੋ ਜਿਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਦੁਨੀਆ ਤੇ ਇੱਕ ਸ਼ੀਸ਼ਾ ਹੈ, ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਅਸੀਂ ਬਣਾ ਕੇ ਵੇਖਾਂਗੇ, ਉਹੋ ਜਿਹਾ ਉਹਨੇ ਦਿਖਾਈ ਦੇਣਾ। ਸਾਡੀ ਆਪਣੀ ਭਾਵਨਾ ਹੁੰਦੀ ਹੈ, ਜਿਸ ਭਾਵਨਾ ਦੇ ਨਾਲ ਅਸੀਂ ਦੂਜੇ ਨੂੰ ਦੇਖਦੇ ਹਾਂ, ਪਿਆਰ ਦੀ ਭਾਵਨਾ ਦੇ ਨਾਲ, ਨਫ਼ਰਤ ਦੀ ਭਾਵਨਾ ਦੇ ਨਾਲ, ਦੂਸਰਾ ਵੀ ਸਾਡੇ ਵੱਲ ਉਸੇ ਤਰ੍ਹਾਂ ਦੇਖਦਾ। ਅਸੀਂ ਹੀ ਸ਼ੁਰੂਆਤ ਕਰਨੀ ਹੈ। ਜੇ ਕਿਸੇ ਵੱਲ ਤੁਸੀਂ ਵੇਖ ਕੇ ਮੁਸਕਰਾਓਗੇ, ਉਹ ਵੀ ਮੁਸਕਰਾ ਕੇ ਉਸ ਦਾ ਜਵਾਬ ਦੇਵੇਗਾ। ਜੇ ਤੁਸੀਂ ਕਿਸੇ ਨੂੰ ਮਾੜਾ ਆਖੋਗੇ ਤੇ ਉਹ ਵੀ ਅੱਗੋਂ ਮਾੜਾ ਆਖੂਗਾ। ਜੇ ਆਪਾਂ ਕਿਸੇ ਨੂੰ ਗਾਲ ਕੱਢੀ, ਉਹਨੇ ਮੂਹਰੋਂ ਗਾਲ ਹੀ ਕੱਢਣੀ ਹੈ। ਜੇ ਆਪਾਂ ਪਿਆਰ ਦੇ ਨਾਲ ਕਿਸੇ ਨੂੰ ਬੁਲਾਵਾਂਗੇ, ਉਹ ਪਿਆਰ ਅੱਗੇ ਵਾਪਸ ਕਰੇਗਾ। ਇਸੇ ਵਾਸਤੇ ਭਗਤ ਜੀ ਕਹਿੰਦੇ ਨੇ ਵੀ ਇਹ ਸਮਝੋ ਅਸੀਂ ਸਾਰਿਆਂ ਤੋਂ ਮਾੜੇ ਹਾਂ, ਸਾਨੂੰ ਛੱਡ ਕੇ ਬਾਕੀ ਸਾਰੇ ਚੰਗੇ ਨੇ। ਜਿਹਨੇ ਐਸਾ ਵਿਵੇਕ ਬੁੱਧੀ ਦੇ ਨਾਲ ਸਮਝ ਲਿਆ ਹੈ, ਤੇ ਉਹ ਸਮਝ ਲਓ ਸਾਡਾ ਮਿੱਤਰ ਹੈ। ਜਿਹੜਾ ਜਿਸ ਆਦਮੀ ਨੂੰ ਆਪਣੇ ਔਗਣਾਂ ਦਾ ਗਿਆਨ ਹੀ ਨਹੀਂ, ਉਹ ਕਦੇ ਗੁਣਾਂ ਵੱਲ ਵੱਧ ਨਹੀਂ ਸਕਦਾ। ਜਿਸ ਆਦਮੀ ਨੂੰ ਪਤਾ ਹੀ ਨਹੀਂ ਮੈਂ ਬਿਮਾਰ ਹਾਂ, ਉਹਦਾ ਇਲਾਜ ਕਿਵੇਂ ਕਰਵਾਵੇਗਾ? ਇਸ ਲਈ ਆਪਣੇ ਅੰਦਰ ਬੁਰਾਈ ਨੂੰ ਦੇਖਣ ਦੀ ਲੋੜ ਹੈ, ਫਿਰ ਉਹਨੂੰ ਬਾਹਰ ਕੱਢਣ ਦੀ ਲੋੜ ਹੈ। ਫਿਰ ਹੀ ਆਦਮੀ ਚੰਗਾ ਇਨਸਾਨ ਬਣ ਸਕਦਾ ਹੈ। ਕਬੀਰ ਆਈ ਮੁਝੈ ਪਹਿ ਆਨਕ ਕਰੇ ਕਰ ਭੇਸ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਆ ਜਿਹੜੀ ਮਾਇਆ ਹੈ ਨਾ, ਮਾਇਆ ਐਸੀ ਮੋਹਣੀ ਪਾਈ, ਜੇ ਤੇਜੀ ਤੇਤੇ ਡਹਿਕਾਈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਮੇਰੇ ਪਾਸ ਵੀ ਬਹੁਤ ਵਾਰੀ ਆਈ ਹੈ, ਅਨੰਗ ਕਰੇ ਕਰ ਭੇਸ, ਅਨੇਕਾਂ ਤਰ੍ਹਾਂ ਦੇ ਭੇਸ ਬਣਾ ਕੇ, ਸਾਂਗ ਧਾਰ ਕੇ ਇਹ ਮਾਇਆ ਸਾਡੇ ਪਾਸ ਵੀ ਕਈ ਵਾਰੀ ਆਈ ਹੈ। ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ। ਵੀ ਸਾਨੂੰ ਤਾਂ ਸਾਡੇ ਸਤਿਗੁਰੂ ਨੇ ਰੱਖ ਲਿਆ ਹੈ। ਆਖਿਰ ਉਸ ਮਾਇਆ ਨੇ ਸਾਡੇ ਚਰਨਾਂ 'ਤੇ ਆਦੇਸ਼ ਪ੍ਰਣਾਮ ਕਰ ਦਿੱਤੀ। ਮਾਇਆ ਨੇ ਆਖਿਆ, ਭਗਤ ਜੀ ਤੁਸੀਂ ਮਹਾਨ ਹੋ, ਤੁਸੀਂ ਰੱਬ ਦੇ ਭਗਤ ਹੋ, ਮੈਂ ਤੁਹਾਡੀ ਪਰਖ ਲਈ ਆਈ ਸੀ, ਪਰ ਤੁਸੀਂ ਜਿੱਤ ਗਏ ਹੋ ਤੇ ਮੈਂ ਹਾਰ ਗਈ ਹਾਂ। ਭਗਤ ਕਬੀਰ ਜੀ ਦੇ ਸਮੇਂ ਇੱਕ ਵਾਰਤਾ ਆਉਂਦੀ ਹੈ। ਵਿਸ਼ਨੂੰ ਅਤੇ ਲక్ష్ਮੀ ਵਿੱਚ ਸੰਵਾਦ ਹੁੰਦਾ ਹੈ। ਵਿਸ਼ਨੂੰ ਕਹਿਣ ਲੱਗਾ ਮੇਰੇ ਭਗਤ ਵੱਡੇ ਨੇ, ਲక్ష్ਮੀ ਕਹਿਣ ਲੱਗੀ ਮੇਰੇ ਭਗਤ ਵੱਡੇ ਨੇ। ਦੋਹਾਂ ਦਾ ਆਪਸ ਵਿੱਚ ਸੰਵਾਦ ਹੋਇਆ। ਲక్ష్ਮੀ ਕਹਿਣ ਲੱਗੀ ਤੁਹਾਡਾ ਭਗਤ ਕਿਹੜਾ ਹੈ? ਕਹਿੰਦੇ ਕਬੀਰ ਭਗਤ। ਵਿਸ਼ਨੂੰ ਕਹਿਣ ਲੱਗਾ ਤੇਰਾ ਭਗਤ ਕਿਹੜਾ ਹੈ? ਉਹ ਕਹਿੰਦਾ ਲక్ష్ਮੀ ਕਹਿਣ ਲੱਗੀ ਮੇਰਾ ਭਗਤ ਇੱਕ ਸ਼ਾਹੂਕਾਰ ਹੈ, ਜਿਸ ਦੇ ਪਾਸ
ਬਹੁਤ ਧਨ ਦੌਲਤ ਹੈ, ਉਹ ਮੇਰਾ ਭਗਤ ਹੈ, ਉਹ ਲక్ష్ਮੀ ਦੀ ਪੂਜਾ ਕਰਦਾ, ਮੇਰੀ ਪੂਜਾ ਕਰਦਾ। ਇਹਨਾਂ ਦੋਹਾਂ 'ਚੋਂ ਵੱਡਾ ਕੌਣ ਹੈ, ਉਹ ਤਾਂ ਪਰਖ ਕੇ ਪਤਾ ਲੱਗ ਸਕਦਾ। ਲక్ష్ਮੀ ਕਹਿਣ ਲੱਗੀ ਮੇਰਾ ਭਗਤ ਵੱਡਾ ਹੈ, ਅਤੇ ਵਿਸ਼ਨੂੰ ਆਖੇ ਮੇਰਾ ਭਗਤ ਵੱਡਾ ਹੈ। ਲਓ ਹੁਣ ਪਰਖ ਸ਼ੁਰੂ ਹੋਈ ਹੈ। ਲక్ష్ਮੀ ਕਹਿਣ ਲੱਗੀ ਪਹਿਲਾਂ ਮੇਰੇ ਭਗਤ ਕੋਲ ਜਾਓ। ਵਿਸ਼ਨੂੰ ਸਾਧੂ ਦਾ ਰੂਪ ਧਾਰਨ ਕਰਕੇ ਸ਼ਾਹੂਕਾਰ ਦੇ ਘਰ ਚਲਾ ਗਿਆ ਅਤੇ ਜਾ ਕੇ ਕਹਿਣ ਲੱਗਾ, ਸ਼ਾਹ ਜੀ, ਮੈਂ ਕੁਝ ਸਮਾਂ ਇੱਥੇ ਬੈਠ ਕੇ ਪਾਠ ਕਰਨਾ, ਜਾਪ ਕਰਨਾ, ਤੁਸੀਂ ਕੁਝ ਸਮਾਂ ਮੈਨੂੰ ਰਹਿਣ ਲਈ ਸਹੂਲਤ ਦੇ ਸਕਦੇ ਹੋ। ਹੁਣ ਜਿਹੜੇ ਬਹੁਤੇ ਮਾਇਆਧਾਰੀ ਹੁੰਦੇ ਨੇ, ਉਹਨਾਂ ਕੋਲ ਤਾਂ ਸਮਾਂ ਨਹੀਂ ਹੁੰਦਾ ਆਪ ਭਗਤੀ ਕਰਨ ਦਾ, ਨਾਮ ਜਪਣ ਦਾ। ਉਹ ਕਹਿੰਦੇ ਚਲੋ ਆਪਾਂ ਦੂਜਿਆਂ ਤੋਂ ਹੀ ਕੁਛ ਪੂਜਾ ਪਾਠ ਕਰਵਾ ਲੈਂਦੇ ਹਾਂ। ਉਹ ਕਹਿਣ ਲੱਗਾ ਚਲੋ ਇਸ ਨੂੰ ਇੱਕ ਕਮਰਾ ਦੇ ਦਿਓ। ਇਕਾਂਤ ਵਿੱਚ ਕੋਈ ਕਮਰਾ ਬਣਿਆ ਹੋਇਆ ਸੀ, ਉੱਥੇ ਇਹਨੂੰ ਰਹਿਣ ਲਈ ਜਗ੍ਹਾ ਦੇ ਦਿੱਤੀ। ਇਹ ਉੱਥੇ ਬੈਠ ਕੇ ਚਲੋ ਭਜਨ ਬੰਦਗੀ ਕਰਦਾ। ਥੋੜ੍ਹੇ ਦਿਨਾਂ ਤੋਂ ਬਾਅਦ ਲక్ష్ਮੀ ਮਹਾਰਾਣੀ ਦਾ ਰੂਪ ਧਾਰਨ ਕਰਕੇ ਆ ਗਈ। ਉਹ ਆ ਕੇ ਸ਼ਾਹੂਕਾਰ ਦੇ ਘਰ ਮੂਹਰੇ ਖਲੋ ਗਈ। ਸ਼ਾਹੂਕਾਰ ਬਾਹਰ ਨਿਕਲਿਆ, ਕਿਉਂਕਿ ਬਹੁਤ ਸਾਰੇ ਵਾਜੇ ਗਾਜੇ ਵੱਜ ਰਹੇ ਸਨ, ਬੜਾ ਜਾਹੋ ਜਲਾਲ ਸੀ। ਚੌਬਦਾਰ ਅੱਗੇ ਅੱਗੇ ਬੋਲਦੇ ਜਾ ਰਹੇ ਸਨ। ਕਹਿਣ ਲੱਗਾ ਇਹ ਕੌਣ ਹੈ? ਅਤੇ ਫਿਰ ਕਿਸੇ ਸੇਵਾਦਾਰ ਨੇ, ਚੌਬਦਾਰ ਨੇ ਆਖਿਆ ਵੀ ਇਹ ਮਹਾਰਾਣੀ ਲక్ష్ਮੀ ਜੀ ਹਨ। ਅੱਛਾ, ਇਹ ਲక్ష్ਮੀ ਦਾ ਭਗਤ ਸੀ। ਕਹਿੰਦਾ ਫਿਰ ਮੈਨੂੰ ਕੁਝ ਸਮਾਂ ਸੇਵਾ ਦਾ ਦਿਓ, ਮੇਰੇ ਘਰ ਕੁਝ ਸਮਾਂ ਠਹਿਰੋ। ਉਹ ਕਹਿੰਦੇ ਦੇਖ ਲੈ ਬੇਨਤੀ ਕਰਕੇ। ਇਹਨੇ ਜਾ ਕੇ ਲక్ష్ਮੀ ਜੀ ਨੂੰ ਬੇਨਤੀ ਕੀਤੀ, ਲక్ష్ਮੀ ਜੀ ਤੁਸੀਂ ਕੁਝ ਸਮਾਂ ਮੇਰੇ ਘਰੇ ਠਹਿਰੋ। ਉਹ ਕਹਿੰਦੇ ਹਾਂ, ਇੱਕ ਸ਼ਰਤ ਹੈ, ਜੇ ਕੋਈ ਜਗ੍ਹਾ ਮੈਨੂੰ ਪਸੰਦ ਆ ਗਈ। ਉਹਨੂੰ ਸਾਰੇ ਮਹਿਲ ਮਾੜੀਆਂ ਦਿਖਾਏ, ਅਤੇ ਜਿਸ ਬੰਗਲੇ ਦੇ ਵਿੱਚ, ਜਿਸ ਕਮਰੇ ਦੇ ਵਿੱਚ ਉਹ ਸਾਧੂ ਰਹਿੰਦਾ ਸੀ, ਹੈ ਵਿਸ਼ਨੂੰ ਸੀ, ਉਹ ਉਹਦੇ ਪਸੰਦ ਆਇਆ। ਦਿਖਾਉਣਾ ਤਾਂ ਇਹਨੇ ਚਰਿੱਤਰ ਸੀ ਆਪਣਾ। ਅਤੇ ਜਦੋਂ ਉਹ ਕਮਰਾ ਪਸੰਦ ਆਇਆ, ਕਹਿਣ ਲੱਗੀ ਆਹ ਕਮਰਾ ਮੈਨੂੰ ਪਸੰਦ ਆ, ਮੈਂ ਇੱਥੇ ਰਹਿ ਸਕਦੀ ਹਾਂ। ਸ਼ਾਹੂਕਾਰ ਨੌਕਰਾਂ ਨੂੰ ਕਹਿਣ ਲੱਗਾ ਵੀ ਇਹ ਖਾਲੀ ਆ। ਉਹ ਕਹਿੰਦੇ ਨਹੀਂ ਜੀ, ਇੱਥੇ ਇੱਕ ਸਾਧੂ ਰਹਿੰਦਾ। ਕਹਿੰਦਾ ਉਹਨੂੰ ਕੱਢੋ ਬਾਹਰ, ਕਮਰਾ ਖਾਲੀ ਕਰਵਾਓ। ਨੌਕਰ ਗਏ, ਉਹਨਾਂ ਨੇ ਉਹ ਸਾਧੂ ਨੂੰ ਆਖਿਆ ਭਾਈ ਫਟਾਫਟ ਟਿੰਡ ਫੌੜੀ ਚੱਕ ਅਤੇ ਕਮਰਾ ਖਾਲੀ ਕਰ। ਉਹ ਅੱਗੋਂ ਕਹਿਣ ਲੱਗਾ ਵੀ ਮੈਂ ਕੁਝ ਸਮਾਂ ਇੱਥੇ ਜਾਪ ਸ਼ੁਰੂ ਕੀਤਾ, ਮੈਨੂੰ ਕਰ ਲੈਣ ਦਿਓ। ਉਹ ਕਹਿੰਦੇ ਨਹੀਂ, ਸ਼ਾਹੂਕਾਰ ਦਾ ਹੁਕਮ ਹੈ, ਛੇਤੀ ਕਮਰਾ ਖਾਲੀ ਕਰ, ਉਹਦੇ ਖਾਸ ਮਹਿਮਾਨ ਆਏ ਨੇ, ਉਹਨਾਂ ਨੇ ਇੱਥੇ ਰਹਿਣਾ। ਉਹ ਕਹਿੰਦਾ ਮੈਂ ਚੌਲ ਰਿੱਝਣੇ ਰੱਖੇ ਹੋਏ ਨੇ, ਖਿਚੜੀ ਬਣਾ ਰਿਹਾ ਹਾਂ, ਰਿੱਝ ਲੈਣ ਦਿਓ, ਫਿਰ ਮੈਂ ਕਮਰਾ ਖਾਲੀ ਕਰ ਦੇਵਾਂਗਾ। ਕਹਿੰਦੇ ਨਹੀਂ, ਇੰਨੀ ਇੰਤਜ਼ਾਰ ਨਹੀਂ ਹੋ ਸਕਦੀ। ਉਹਨਾਂ ਨੇ ਉਹ ਚੱਕ ਕੇ ਖਿਚੜੀ ਉਹਦੇ ਪੱਲੇ ਦੇ ਵਿੱਚ, ਸਾਫੇ ਦੇ ਪੱਲੇ ਵਿੱਚ ਪਾ ਦਿੱਤੀ ਅਤੇ ਉਹਨੂੰ ਬਾਹੋਂ ਫੜ ਕੇ ਬਾਹਰ ਕੱਢਿਆ। ਅੱਗੇ ਮਹਾਰਾਣੀ ਲక్ష్ਮੀ ਖੜੀ ਸੀ, ਪਿੱਛ ਚੋਂਦੀ ਜਾਵੇ ਉਹ ਸਾਧੂ ਦੀ, ਖਿਚੜੀ ਦੀ, ਚੌਲਾਂ ਦੀ, ਅਤੇ ਉਹ ਤਾੜੀ ਮਾਰ ਕੇ ਹੱਸ ਪਈ। ਕਹਿੰਦੀ ਦੇਖਿਆ ਮੇਰਾ ਪ੍ਰਤਾਪ, ਦੇਖਿਆ ਮੇਰੇ ਭਗਤਾਂ ਦਾ ਜਲਵਾ। ਜਦੋਂ ਮੈਂ ਆਈ ਅਤੇ ਤੁਹਾਨੂੰ ਉਸੇ ਵੇਲੇ ਬਾਹਰ ਕੱਢ ਦਿੱਤਾ। ਚੌਲਾਂ ਦੀ ਪਿੱਛ ਚੋਂਦੀ ਜਾ ਰਹੀ ਹੈ। ਜਦੋਂ ਇੱਕ ਪਾਠ ਪੂਰਾ ਹੋਇਆ, ਫਿਰ ਵਿਸ਼ਨੂੰ ਅਤੇ ਲక్ష్ਮੀ ਇਕੱਠੇ ਹੋਏ। ਵਿਸ਼ਨੂੰ ਕਹਿਣ ਲੱਗਾ ਮੇਰੇ ਭਗਤ ਦੀ ਵੀ ਜਾ ਕੇ ਪਰਖ ਕਰ, ਕੌਣ ਹੈ? ਉਹ ਹੈ ਭਗਤ ਕਬੀਰ, ਕਾਂਸ਼ੀ ਵਿੱਚ ਰਹਿੰਦਾ। ਇਹ ਜਿਹੜੀ ਲక్ష్ਮੀ ਸੀ, ਉੱਥੇ ਵੀ ਕਿਸੇ ਸ਼ਾਹੂਕਾਰ ਦੀ ਜਿਵੇਂ ਕੋਈ ਇਸਤਰੀ ਹੁੰਦੀ ਹੈ, ਸੋਨੇ ਦੇ ਜੀਵਰਾਤ ਪਹਿਨੇ ਹੋਏ ਨੇ, ਕੀਮਤੀ ਬਸਤਰ ਪਾਏ ਹੋਏ ਨੇ, ਭਗਤ ਕਬੀਰ ਜੀ ਦੇ ਪਾਸ ਚਲੀ ਗਈ। ਹੱਥ ਵਿੱਚ ਪਾਰਸ ਦੀ ਵੱਟੀ ਸੀ। ਜਿਹੜੀ ਚੀਜ਼ ਨੂੰ ਪਾਰਸ ਲਾਵੇ, ਲੋਹੇ ਦੇ ਸਾਰੇ ਜਿੰਨੇ ਸੰਦ ਸਨ ਸੋਨੇ ਦੇ ਬਣਾ ਦਿੱਤੇ। ਅਤੇ ਕਹਿਣ ਲੱਗੀ ਭਗਤ ਜੀ ਮੈਂ ਤਾਣੀ ਬਣਵਾਉਣੀ ਹੈ ਅਤੇ ਮੈਨੂੰ ਛੇਤੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਸੀਂ ਮੇਰਾ ਕੰਮ ਕਰੋ, ਜਿਹੜੀ ਮਜ਼ਦੂਰੀ ਆ, ਮਿਹਨਤ ਹੈ, ਉਹ ਦੁੱਗਣੀ ਚੌਗਣੀ 10 ਗੁਣਾ ਭਾਵੇਂ ਲੈ ਲਿਓ। ਹੁਣ ਜਿਹੜੇ ਮਾਇਆਧਾਰੀ ਨੇ, ਮਾਇਆ ਦਾ ਲਾਲਚ ਦੇ ਕੇ ਭਰਮਾਉਂਦੇ ਨੇ ਨਾ। ਹੁਣ ਉਸ ਲక్ష్ਮੀ ਨੇ ਲਾਲਚ ਦਿੱਤਾ। ਭਗਤ ਕਬੀਰ ਜੀ ਸਬਰ ਸ਼ੁਕਰ ਵਾਲੇ ਸਨ। ਉਹ ਕਹਿਣ ਲੱਗੇ ਬੀਬੀ ਅਸੀਂ ਤਾਂ
ਵਾਰੀ ਸਿਰ ਕੰਮ ਕਰਦੇ ਹਾਂ, ਹਾਲੇ ਸਾਡੇ ਕੋਲੇ ਕੰਮ ਹੈ, ਠਹਿਰ ਕੇ ਆਵੀਂ, ਚਲੀ ਜਾ। ਉਹ ਕਹਿੰਦੀ ਨਹੀਂ, ਮੇਰਾ ਕੰਮ ਪਹਿਲਾਂ ਕਰੋ, ਮੈਂ ਪਹਿਲਾਂ ਕਰਵਾਉਣਾ। ਪ੍ਰੈਸ਼ਰ ਪਾਉਣ ਲੱਗ ਪਈ। ਕਹਿੰਦੀ ਮੇਰੇ ਕੋਲੇ ਬੜੀ ਧਨ ਦੌਲਤ ਹੈ, ਮੈਂ ਤੁਹਾਡੀ ਗਰੀਬੀ ਦੂਰ ਕਰ ਦੇਵਾਂਗੀ। ਉਹ ਕਹਿਣ ਲੱਗੇ ਸਾਨੂੰ ਤੇਰੀ ਕੋਈ ਲੋੜ ਨਹੀਂ, ਤੂੰ ਚਲੀ ਜਾ। ਪਰ ਉਹ ਅੜ ਕੇ ਬੈਠ ਗਈ, ਕਹਿੰਦੀ ਮੈਂ ਤਾਂ ਆਪਦਾ ਕੰਮ ਕਰਵਾ ਕੇ ਜਾਣਾ। ਜਦੋਂ ਨਾ ਹੀ ਟਲੀ ਤੇ ਭਗਤ ਕਬੀਰ ਜੀ ਨੇ ਲੋਈ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਛੁਰੀ ਲੈ ਕੇ ਆ। ਉਹ ਕਹਿੰਦੀ ਦੱਸੋ ਜੀ ਕੀ ਕਰਨੀ ਹੈ? ਕਹਿੰਦੇ ਲਿਆ ਤਾਂ ਸਹੀ। ਜਦੋਂ ਉਹਨੇ ਲਿਆਂਦੀ ਤੇ ਕਹਿਣ ਲੱਗਿਆ ਫੜ ਇਸ ਨੂੰ, ਲక్ష్ਮੀ ਨੂੰ, ਇਹਦਾ ਨੱਕ ਵੱਢ ਦੇ, ਕੰਨ ਕੁਤਰ ਦੇ ਤੇ ਗੁੱਤ ਵੀ ਮੁੰਨ ਦੇ। ਨਾਕੋਂ ਕਾਟੀ ਕਾਨੋਂ ਕਾਟੀ, ਕਾਠ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਤੇ ਕਬੀਰ ਭਗਤ ਜੀ ਨੇ ਉਸ ਵੇਲੇ ਮਾਇਆ ਦੀ ਇਹ ਹਾਲਤ ਕੀਤੀ ਸੀ। ਤੇ ਜਦੋਂ ਵਿਸ਼ਨੂੰ ਕੋਲ ਲక్ష్ਮੀ ਗਈ ਤੇ ਵਿਸ਼ਨੂੰ ਜੀ ਹੱਸ ਕੇ ਕਹਿਣ ਲੱਗੇ ਲక్ష్ਮੀ ਕਿਹਦੇ ਭਗਤ ਵੱਡੇ ਨੇ? ਮੇਰੇ ਤਾਂ ਪਿੱਛ ਚੋਂਦੀ ਜਾਂਦੀ ਸੀ, ਤੇਰੇ ਲਹੂ ਦੀਆਂ ਧਾਰਾਂ ਵਗ ਰਹੀਆਂ ਨੇ, ਕਿਹਦੇ ਭਗਤ ਵੱਡੇ ਨੇ? ਤੇ ਉਸ ਵੇਲੇ ਉਹਨੇ ਫਿਰ ਉਹਨ ਕਿਹਨੂੰ ਆਦੇਸ਼, ਫਿਰ ਉਹਨੇ ਭਗਤ ਕਬੀਰ ਜੀ ਦੇ ਅੱਗੇ ਸੀਸ ਝੁਕਾਇਆ ਤੇ ਕਹਿਣ ਲੱਗੀ ਵਿਸ਼ਨੂੰ ਜੀ ਤੁਹਾਡੇ ਭਗਤ ਵੱਡੇ ਨੇ। ਇਹ ਉਸ ਘਟਨਾ ਵੱਲ ਇਸ਼ਾਰਾ ਕਰਦੀ ਹੈ ਇਹ ਪੰਕਤੀ ਕਿ ਸਾਡੇ ਪਾਸ ਵੀ ਮਾਇਆ ਆਈ ਸੀ, ਕਈ ਤਰ੍ਹਾਂ ਦੇ ਸਾਂਗ ਬਣਾ ਕੇ ਸਾਨੂੰ ਭਰਮਾਉਣਾ ਚਾਹੁੰਦੀ ਸੀ, ਪਰ ਸਾਨੂੰ ਸਾਡੇ ਗੁਰੂ ਨੇ ਰੱਖ ਲਿਆ। ਇੱਕ ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ, 2 ਵਾਰੀ ਗਏ ਸਨ। ਪਹਿਲੀ ਵਾਰ ਤੇ ਭਗਤ ਕਬੀਰ ਜੀ ਨਹੀਂ ਸਨ ਮਿਲੇ, ਦੂਜੀ ਵਾਰ ਮਿਲੇ ਨੇ ਤੇ ਫਿਰ ਉਹਨਾਂ ਦਾ ਗੁਰੂ ਮਹਾਰਾਜ ਦੇ ਨਾਲ ਵਿਚਾਰ ਵਟਾਂਦਰਾ ਹੋਇਆ, ਬਾਣੀ ਦਾ ਆਦਾਨ ਪ੍ਰਦਾਨ ਹੋਇਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੋਥੀ ਲਈ ਤੇ ਆਪਣੀ ਜਿਹੜੀ ਬਾਣੀ ਦੀ ਪੋਥੀ ਉਹਨਾਂ ਨੂੰ ਦਿੱਤੀ। ਤੇ ਹੁਣ ਭਗਤ ਕਬੀਰ ਜੀ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ, ਉਹਨਾਂ ਦੀ ਬਾਣੀ ਤੋਂ ਸੇਧ ਲੈਂਦੇ ਸਨ। ਇਸ ਲਈ ਇੱਥੇ ਜਿਹੜਾ ਗੁਰੂ ਸ਼ਬਦ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੇ ਵਾਸਤੇ ਵਰਤਿਆ ਗਿਆ। ਪਹਿਲਾਂ ਇਹ ਰਾਮਾਨੰਦ ਜੀ ਦੇ ਚੇਲੇ ਸਨ, ਸਰਗੁਣ ਦੀ ਉਪਾਸ਼ਕ ਸਨ, ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਇਹਨਾਂ ਨੂੰ ਨਿਰਗੁਣ ਸਰੂਪ ਦਾ ਬੋਧ, ਬ੍ਰਹਮ ਗਿਆਨ ਪ੍ਰਾਪਤ ਹੋਇਆ ਸੀ। ਇਸੇ ਲਈ ਭਗਤ ਜੀ ਕਹਿੰਦੇ ਨੇ ਹਮ ਰਾਖੇ ਗੁਰ ਆਪਣੇ, ਸਾਨੂੰ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਾ ਕੇ ਰੱਖਿਆ ਮਾਇਆ ਤੋਂ। ਇਹ ਮਾਇਆ ਗੁਰੂ ਨਾਨਕ ਸਾਹਿਬ ਤੋਂ 12 ਕੋਹ ਡਰਦੀ ਦੂਰ ਰਹਿੰਦੀ ਸੀ, ਇਸ ਲਈ ਸਾਨੂੰ ਸਤਿਗੁਰੂ ਨੇ ਇਸ ਮਾਇਆ ਤੋਂ ਬਚਾ ਕੇ ਰੱਖਿਆ ਹੈ ਤੇ ਉਸ ਮਾਇਆ ਨੇ ਉਹ ਸਾਡੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਹੈ। ਕਬੀਰ ਸੋਈ ਮਾਰੀਐ, ਜਿਹ ਮੂਐ ਸੁਖ ਹੋਏ। ਲੋਕ ਕਬੀਰ ਭਗਤ ਜੀ ਦੇ ਕੋਲ ਕੋਈ ਆਇਆ, ਕਹਿੰਦਾ ਮਹਾਰਾਜ ਮੇਰਾ ਤੇ ਜੀ ਆਈ ਕਰਦਾ ਹੈ ਵੀ ਕਈ ਜਿਹੜੇ ਬਹੁਤੇ ਅੱਕੇ ਹੁੰਦੇ ਨੇ ਨਾ ਆਪਦੇ ਪਰਿਵਾਰ ਤੋਂ ਜਾਂ ਸਮਾਜ ਤੋਂ, ਉਹ ਕਹਿੰਦੇ ਮੇਰਾ ਜੀ ਆਏ ਕਰਦਾ ਮੈਂ ਸਾਰਿਆਂ ਨੂੰ ਗੋਲੀ ਨਾਲ ਹੀ ਉਡਾ ਦਿਆਂ, ਸਾਰਿਆਂ ਨੂੰ ਮਾਰ ਦਿਆਂ। ਭਗਤ ਕਬੀਰ ਜੀ ਦੇ ਪਾਸ ਵੀ ਇਹੋ ਜਿਹਾ ਜਨੂਨੀ ਕੋਈ ਬੰਦਾ ਆਇਆ, ਕਹਿਣ ਲੱਗਾ ਮਹਾਰਾਜ ਮੇਰਾ ਜੀ ਕਰਦਾ ਮੈਂ ਸਭ ਨੂੰ ਮਾਰ ਦੇਵਾਂ, ਮੇਰੇ ਵੱਸ ਹੋਵੇ ਮੈਂ ਸਾਰਿਆਂ ਨੂੰ ਉਡਾ ਦੇਵਾਂ। ਤਾਂ ਭਗਤ ਕਬੀਰ ਜੀ ਉਹਨੂੰ ਸਮਝਾਉਂਦੇ ਨੇ ਭਲਿਆ ਲੋਕਾ ਕਬੀਰ ਸੋਈ ਮਾਰੀ ਹੈ। ਭਾਈ ਉਸ ਚੀਜ਼ ਨੂੰ ਮਾਰਨਾ ਚਾਹੀਦਾ ਜੇ ਮੂੰਹ ਸੁੱਖ ਹੋਏ, ਜਿਹਦੇ ਮਰਨ ਦੇ ਨਾਲ ਭਾਈ ਸਾਰਿਆਂ ਨੂੰ ਸੁੱਖ ਹੋਵੇ। ਮਨ ਦੇ ਹੰਕਾਰ ਨੂੰ ਮਾਰਨਾ ਚਾਹੀਦਾ, ਮਨ ਦੇ ਸ਼ੈਤਾਨ ਨੂੰ ਮਾਰਨਾ ਚਾਹੀਦਾ, ਆਪਣੀਆਂ ਬੁਰਾਈਆਂ ਨੂੰ ਔਗਣਾਂ ਨੂੰ ਮਾਰਨਾ ਚਾਹੀਦਾ, ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਨੂੰ ਮਾਰਨਾ ਚਾਹੀਦਾ, ਜਿਸ ਦੇ ਮਰਨ ਦੇ ਨਾਲ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੋ ਸਕਦਾ ਹੈ। ਭਲੋ ਭਲੋ ਸਭ ਕੋ ਕਹੈ, ਬੁਰੋ ਨਾ ਮਾਨੈ ਕੋਏ। ਜਦੋਂ ਅਸੀਂ ਮਨ ਦੇ ਹੰਕਾਰ ਨੂੰ ਮਾਰ ਲਿਆ, ਜਦੋਂ ਅਸੀਂ ਬੁਰਾਈ ਨੂੰ ਔਗਣਾਂ ਨੂੰ ਮਾਰ ਲਿਆ, ਤੇ ਫਿਰ ਸਾਰੇ ਲੋਕ ਸਾਨੂੰ ਭਲਾ ਭਲਾ ਕਹਿਣਗੇ ਵੀ ਫਲਾਨਾ ਆਦਮੀ ਬਹੁਤ ਵਧੀਆ ਗੁਰਮੁਖ ਬੰਦਾ ਹੈ, ਸਾਧੂ ਹੈ, ਮਹਾਤਮਾ ਹੈ, ਸੰਤ ਹੈ, ਸਾਰੇ ਚੰਗਾ ਚੰਗਾ ਕਹਿਣਗੇ, ਬੁਰੋ ਨਾ ਮੰਨਣਾ ਕੋਈ, ਕੋਈ ਬੁਰਾ ਨਹੀਂ ਮੰਨੇਗਾ। ਕਬੀਰ ਰਾਤੀ ਹੋਵਹਿ ਕਾਰਿਆ, ਕਾਰੇ ਊਬੇ ਜੰਤ। ਲੋ ਭਗਤ ਕਬੀਰ ਜੀ ਹੁਣ ਅੱਗੇ ਫਰਮਾਉਂਦੇ ਨੇ ਵੀ ਜਿਹੜੀ ਬੁਰਾਈ ਹੈ ਨਾ, ਉਹ ਹਨੇਰੇ ਵਿੱਚ ਉੱਗਦੀ ਹੈ, ਪਨਪਦੀ ਹੈ। ਹੁਣ ਵੇਖੋ, ਹੁਣ ਜਿੰਨੇ ਵੀ ਤ੍ਰਿਗਤ ਜੂਨਾਂ ਨੇ, ਸੱਪ, ਠੂਏ,
ਕਿਰਲੀਆਂ, ਇਹ ਰਾਤ ਨੂੰ ਨਿਕਲਦੇ ਨੇ। ਇਹ ਬੁਰਿਆਈ ਰਾਤ ਨੂੰ ਫੜਦੀ ਹੈ। ਚੋਰ ਡਾਕੂ ਵੀ ਰਾਤ ਨੂੰ ਨਿਕਲਦੇ ਨੇ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਰਾਤੀ ਹੋਵੇ ਕਾਰੀਆਂ। ਕਬੀਰ ਭਗਤ ਜੀ ਕਹਿੰਦੇ ਜਦੋਂ ਬਹੁਤੀਆਂ ਕਾਲੀਆਂ ਹਨੇਰੀਆਂ ਰਾਤਾਂ ਹੁੰਦੀਆਂ ਨੇ, ਕਾਰੇ ਉਭੇ ਜੰਤ, ਜਿਹੜੇ ਕਾਲੇ ਮਨਾਂ ਵਾਲੇ ਜੀਵ ਨੇ, ਚੋਰ ਨੇ, ਡਾਕੂ ਨੇ, ਧਾੜਵੀ ਨੇ, ਕਾਤਲ ਨੇ, ਉਹ ਵੀ ਉਸ ਵੇਲੇ ਉਭੇਦਾਰ ਤਾਂ ਉੱਠ ਕੇ ਖੜੇ ਹੋ ਜਾਂਦੇ ਨੇ, ਸਾਵਧਾਨ ਹੋ ਜਾਂਦੇ ਨੇ। ਚੋਰ ਡਾਕੂ ਵੀ ਰਾਤ ਨੂੰ ਜਾ ਜਾ ਕੇ ਡਾਕੇ ਮਾਰਦੇ ਨੇ, ਧਾੜੇ ਮਾਰਦੇ ਨੇ, ਦੁਨੀਆ ਨੂੰ ਲੁੱਟਦੇ ਮਾਰਦੇ ਹਨ। ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਲੋ ਭਗਤ ਜੀ ਕਹਿੰਦੇ ਨੇ, ਫਿਰ ਉਹ ਚੋਰ ਤੇ ਡਾਕੂ ਲੋਕ ਲੈ ਫਾਹੇ ਉੱਠ ਧਾਵਤੇ, ਉਹ ਫਾਹੇ ਲੈ ਕੇ, ਰੱਸੇ ਲੈ ਕੇ ਉੱਠ ਕੇ ਰਾਤ ਨੂੰ ਦੌੜਦੇ ਨੇ। ਤੇ ਭਾਵ ਉਹ ਜਾ ਕੇ ਕਈ ਅਜਨਬੀ ਲੋਕਾਂ ਨੂੰ, ਜਿਹੜੇ ਕੋਈ ਰਾਹੀ ਹੁੰਦੇ ਨੇ, ਮੁਸਾਫਰ ਹੁੰਦੇ ਨੇ, ਜਾਂ ਘਰਾਂ ਵਿੱਚ ਸੁੱਤੇ ਪਏ ਨੇ, ਉਹਨਾਂ 'ਤੇ ਜਾ ਕੇ ਡਾਕਾ ਮਾਰਦੇ ਨੇ ਅਤੇ ਉਹਨਾਂ ਨੂੰ ਮਾਰਨ ਦੀ, ਲੁੱਟਣ ਦੀ ਕੋਸ਼ਿਸ਼ ਕਰਦੇ ਨੇ। ਪਰ ਭਗਤ ਜੀ ਕਹਿੰਦੇ ਨੇ ਉਹ ਤਾਂ ਦੁਨੀਆ ਨੂੰ ਮਾਰਦੇ ਨੇ। ਸੇ ਜਾਨ ਮਾਰੇ ਭਗਵਾਨ ਦੇ ਪਾਏ, ਤੁਸੀਂ ਉਹਨਾਂ ਨੂੰ ਰੱਬ ਦੇ ਮਾਰੇ ਹੋਏ ਸਮਝੋ। ਜਿਹੜੇ ਇਹੋ ਜਿਹੇ ਚੋਰ ਨੇ, ਡਾਕੂ ਨੇ, ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲੁੱਟਾਂ ਖੋਹਾਂ ਕਰਦੇ ਨੇ, ਕਈਆਂ 'ਤੇ ਹਮਲਾ ਕਰਕੇ ਮਾਰਨ ਦੀ ਕੋਸ਼ਿਸ਼ ਵੀ ਕਰਦੇ ਨੇ, ਉਹ ਤਾਂ ਸਾਰੇ ਰੱਬ ਦੇ ਮਾਰੇ ਹੋਏ ਨੇ, ਰੱਬ ਦੇ ਸਰਾਪੇ ਹੋਏ ਨੇ। ਇੱਕ ਨਾ ਇੱਕ ਦਿਨ ਉਹਨਾਂ ਦਾ ਵੀ ਆ ਹੀ ਜਾਂਦਾ ਹੈ। ਜਿਵੇਂ ਕਹਿੰਦੇ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ ਆ ਹੀ ਜਾਂਦਾ ਹੈ, ਅਤੇ ਫਿਰ ਉਹਨਾਂ ਨੂੰ ਵੀ ਆਪਣੀ ਕੀਤੀ ਦਾ ਫਲ ਭੁਗਤਣਾ ਪੈਂਦਾ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਦਾ ਜੀਵਨ ਪਰਉਪਕਾਰੀ ਹੁੰਦਾ। ਕਬੀਰ ਚੰਦਨ ਕਾ ਬਿਰਵਾ ਭਲਾ, ਜਿਵੇਂ ਚੰਦਨ ਦਾ, ਬਿਰਵਾ ਦਾ ਅਰਥ ਹੈ ਬੂਟਾ, ਪੌਦਾ, ਬਹੁਤ ਚੰਗਾ ਹੁੰਦਾ। ਜਿਹੜਾ ਅਸਲੀ ਚੰਦਨ ਹੈ ਨਾ, ਬਾਵਨ ਚੰਦਨ, ਉਹ ਬਹੁਤ ਛੋਟਾ ਹੁੰਦਾ, ਪਰ ਉਹ ਬੜਾ ਸ੍ਰੇਸ਼ਟ ਹੈ। ਬੇੜਿਓ ਢਾਕ ਪਲਾਸ, ਢੱਕ ਅਤੇ ਪਲਾਹ ਜਿਹੜੇ ਹੋਰ ਸ਼ਿਸ਼ਰੇ ਨੇ, ਉਹਨਾਂ ਦੇ ਨਾਲ ਉਹ ਵਿਹੜਿਓ ਦਾ ਅਰਥ ਵੀ ਅਵੇੜਿਆ ਹੁੰਦਾ, ਘਿਰਿਆ ਹੁੰਦਾ, ਅਛਾਦਿਆ ਹੁੰਦਾ ਹੈ। ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਵੀ ਚੰਦਨ ਬਣ ਜਾਂਦੇ ਨੇ, ਜਿਹੜੇ ਚੰਦਨ ਦੇ ਪਾਸ ਰਹਿੰਦੇ ਨੇ, ਚਾਹੇ ਉਹ ਢੱਕ ਨੇ, ਚਾਹੇ ਪਲਾਹ ਨੇ, ਉਹਨਾਂ ਵਿੱਚ ਵੀ ਚੰਦਨ ਦੀ ਵਾਸ਼ਨਾ ਭਰ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਵਿਅਕਤੀ ਨੇ, ਬੰਦਗੀ ਕਰਨ ਵਾਲੇ, ਉਹਨਾਂ ਦਾ ਜੀਵਨ ਚੰਦਨ ਵਰਗਾ ਹੁੰਦਾ। ਭਗਤੀ ਦੀ, ਬੰਦਗੀ ਦੀ ਮਹਿਕ ਦੇ ਨਾਲ ਲਪਟਾਂ ਛੱਡਦਾ ਹੈ, ਅਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਢੱਕ ਤੇ ਪਲਾਹਾਂ ਵਾਂਗੂ, ਭਾਵ ਜਿਹੜੇ ਸਾਧਾਰਨ ਲੋਕ ਨੇ, ਉਹ ਵੀ ਭਗਤੀ ਦੀ ਮਹਿਕ ਦੇ ਸੰਪੰਨ ਹੋ ਜਾਂਦੇ ਹਨ। ਜਿਹੜੇ ਉਹਨਾਂ ਮਹਾਂਪੁਰਖਾਂ ਦੇ ਪਾਸ ਰਹਿੰਦੇ ਨੇ, ਉਹਨਾਂ ਦੀ ਸੰਗਤ ਕਰਦੇ ਨੇ। ਇਸੇ ਲਈ ਜਿੰਨੇ ਵੀ ਮਹਾਂਪੁਰਖ ਹੋਏ ਨੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਜੈਸੀ ਸੰਗਤ ਤੈਸੀ ਰੰਗਤ, ਅਤੇ ਉਹਨਾਂ ਨੂੰ ਉਹੋ ਜਿਹੀ ਰੰਗਤ ਚੜ੍ਹ ਗਈ। ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬੋ ਕੋਏ। ਮਹਾਰਾਜ ਕੀ ਮਹਾਂਪੁਰਖਾਂ ਤੋਂ, ਬੰਦਗੀ ਕਰਨ ਵਾਲਿਆਂ ਤੋਂ ਸਾਰੇ ਹੀ ਵਰੋਸ ਆਉਂਦੇ ਨੇ, ਜਾਂ ਕੋਈ ਰਹਿ ਵੀ ਜਾਂਦਾ। ਤਾਂ ਭਗਤ ਕਬੀਰ ਜੀ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਭਾਈ ਦੇਖ ਲਓ, ਚੰਦਨ ਦਾ ਬਿਰਸ਼ ਬਹੁਤ ਸ੍ਰੇਸ਼ਟ ਹੁੰਦਾ ਹੈ। ਆਕਾਰ ਭਾਵੇਂ ਛੋਟਾ ਹੈ, ਪਰ ਗੁਣਾ ਕਰਕੇ ਮਹਾਨ ਹੁੰਦਾ। ਉਹਦੇ ਨੇੜੇ ਜਿਹੜੇ ਹੋਰ ਬਿਰਸ਼ ਵੀ ਹੁੰਦੇ ਨੇ, ਉਹ ਸਾਰੇ ਚੰਦਨ ਬਣ ਜਾਂਦੇ ਨੇ। ਉਹ ਆਪਣੀ ਵਾਸ਼ਨਾ ਨਾਲ ਸਾਰਿਆਂ ਨੂੰ ਸੁਗੰਧਿਤ ਕਰ ਦਿੰਦਾ ਹੈ। ਪਰ ਇੱਕ ਬਾਂਸ ਦਾ ਬਿਰਸ਼ ਹੈ, ਉਹ ਆਪਣੀ ਵਡਿਆਈ ਦੇ ਵਿੱਚ, ਹੰਕਾਰ ਦੇ ਵਿੱਚ ਡੁੱਬਿਆ ਹੁੰਦਾ। ਇਉਂ ਮਤ ਡੁੱਬੋ ਕੋਏ ਪਾਈ, ਉਹ ਬਾਂਸ ਨੂੰ ਚੰਦਨ ਦੀ ਸੁਗੰਧੀ ਨਹੀਂ ਪ੍ਰਾਪਤ ਹੋ ਸਕਦੀ। ਚੰਦਨ ਦਾ ਪ੍ਰਭਾਵ ਹੋਰ ਬਿਰਸ਼ਾਂ 'ਤੇ ਪੈਂਦਾ, ਪਰ ਬਾਂਸ 'ਤੇ ਨਹੀਂ ਪੈਂਦਾ। ਕਿਉਂ? ਬਾਂਸ ਵਡਾਈ ਬੂਢਿਆ, ਉਹ ਬਾਂਸ ਆਪਣੀ ਵਡਿਆਈ ਦੇ ਵਿੱਚ, ਮੈਂ ਵੱਡਾ ਹਾਂ, ਇਸੇ ਹੰਕਾਰ ਵਿੱਚ ਡੁੱਬਿਆ ਹੁੰਦਾ। ਇਉਂ ਮਤ ਡੁੱਬੋ ਕੋਏ, ਇਉਂ ਪਾਈ ਮਤਾ ਡੁੱਬੋ, ਭਾਵ ਹੰਕਾਰ ਦੇ ਵਿੱਚ ਨਾ ਆਓ, ਹੰਕਾਰ ਨੂੰ ਤਿਆਗ ਦੇਵੋ। ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਵੇਖ ਲਓ, ਬਾਂਸ ਭਾਵੇਂ ਚੰਦਨ ਦੇ ਨੇੜੇ ਹੀ ਵਸਦਾ ਹੈ,
ਚੰਦਨ ਦਾ ਬੂਟਾ ਬਾਂਸ ਦੇ ਨੇੜੇ ਵੀ ਹੋਵੇ, ਉਹ ਬਾਂਸ ਚੰਦਨ ਦੇ ਨੇੜੇ ਵੀ ਵਸ ਰਿਹਾ ਹੋਵੇ, ਪਰ ਉਸ ਬਾਂਸ ਨੂੰ ਚੰਦਨ ਦੀ ਸੁਗੰਧ ਹੀ ਨਹੀਂ ਪ੍ਰਾਪਤ ਹੁੰਦੀ। ਕਿਉਂ? ਉਹਦੇ ਵਿੱਚ 5 ਦੋਸ਼ ਨੇ। ਮਹਾਂਪੁਰਖੇ ਵਿਚਾਰ ਦੱਸਦੇ ਸਨ 5 ਦੋਸ਼ ਕਿਹੜੇ ਨੇ। ਇੱਕ ਤਾਂ ਉਹ ਬਾਂਸ ਕੁੱਲ ਘਾਤੀ ਹੁੰਦਾ, ਇਹ ਦੋਸ਼ ਹੈ ਉਹਦੇ ਵਿੱਚ। ਇੱਕ ਵੱਡੇ ਹੋਣ ਦਾ ਉਹਦੇ ਮਨ ਵਿੱਚ ਹੰਕਾਰ ਹੁੰਦਾ, ਦੂਜਾ ਦੋਸ਼। ਤੀਜਾ ਉਹਦੇ ਵਿੱਚ ਇਹ ਦੋਸ਼ ਹੈ, ਉਹਦੇ ਵਿੱਚ ਵਰਨਾ ਸ਼ਰਮਾਂ ਦੇ ਹੰਕਾਰ ਦੀਆਂ ਗੰਢਾਂ ਹੁੰਦੀਆਂ ਨੇ। ਅਤੇ ਚੌਥਾ ਦੋਸ਼ ਹੈ, ਉਹ ਅੰਦਰੋਂ ਪੋਲਾ ਹੁੰਦਾ, ਭਾਵ ਸ਼ਰਧਾ ਭਰੋਸੇ ਤੋਂ ਸਖਣਾ ਹੁੰਦਾ। ਜਿਹੜਾ ਬਾਂਸ ਵਰਗਾ ਸਾਕਤ ਪੁਰਸ਼ ਹੈ ਨਾ, ਉਹਦੇ ਉੱਤੇ ਸੰਗਤ ਦਾ, ਮਹਾਂਪੁਰਖਾਂ ਦੀ ਕਰਨੀ ਦਾ ਵੀ ਪ੍ਰਭਾਵ ਨਹੀਂ ਪੈਂਦਾ, ਜਿਹਦੇ ਵਿੱਚ ਆਹ 5 ਦੋਸ਼ ਹੁੰਦੇ ਨੇ। ਫਿਰ ਉਹਦੇ ਵਿੱਚ ਈਰਖਾ ਅਤੇ ਦਵੈਸ਼ ਦੀਆਂ ਸਿਲਤਾਂ ਹੁੰਦੀਆਂ ਨੇ, ਕਠੋਰਤਾ ਵੀ ਹੁੰਦੀ ਹੈ। ਇਸੇ ਕਰਕੇ ਉਹਦੇ ਉੱਤੇ ਮਹਾਂਪੁਰਖਾਂ ਦੀ ਸੰਗਤ ਦਾ, ਉਹਨਾਂ ਦੇ ਵਿਚਾਰਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਲਈ ਬਾਕੀ ਸਾਰੇ ਮਹਾਂਪੁਰਖਾਂ ਤੋਂ ਵਰਸਾਉਂਦੇ ਨੇ, ਪਰ ਜਿਹੜੇ ਹੰਕਾਰੀ ਅਤੇ ਮਾਇਆਧਾਰੀ ਮਨੁੱਖ ਨੇ, ਉਹ ਮਹਾਂਪੁਰਖਾਂ ਦੀ ਸੰਗਤ ਦੇ ਪ੍ਰਭਾਵ ਤੋਂ, ਭਾਵ ਭਗਤੀ ਤੋਂ, ਸਿੱਖੀ ਤੋਂ ਵਾਂਝੇ ਰਹਿ ਜਾਂਦੇ ਹਨ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਲੋ ਕਬੀਰ ਭਗਤ ਜੀ ਦੇ ਪਾਸ ਕੋਈ ਅਜਿਹਾ ਮਨੁੱਖ ਆਇਆ ਵੀ ਜਿਹੜਾ ਇਹ ਕਹਿੰਦਾ, ਉਹ ਕਹਿੰਦਾ ਦੁਨੀਆ ਦੇ ਵਿੱਚ ਐਸ਼ ਕਰਨੀ ਚਾਹੀਦੀ ਹੈ, ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਕਿ ਇਹੋ ਜਿਹੇ ਦੁਨੀਆ ਵਿੱਚ ਲੋਕ ਵੀ ਨੇ ਜਿਹੜੇ ਦੁਨੀਆ ਦੇ ਬਦਲੇ ਆਪਣੇ ਮਜ਼ਹਬ ਨੂੰ, ਆਪਣੇ ਧਰਮ ਨੂੰ ਵੀ ਗਵਾ ਬੈਠਦੇ ਨੇ। ਉਹਨਾਂ ਦੀ ਹਾਲਤ ਭਗਤ ਕਬੀਰ ਜੀ ਬਿਆਨ ਕਰਦੇ ਹਨ। ਕਬੀਰ ਦੀਨ ਗਵਾਇਆ ਦੁਨੀ ਸਿਉ, ਕਈ ਐਸੇ ਮਾਇਆਧਾਰੀ ਹੰਕਾਰੀ ਲੋਕ ਹੁੰਦੇ ਨੇ, ਅਤੇ ਜਿਹੜੇ ਦੁਨੀਆ ਦੇ ਵਾਸਤੇ ਆਪਣੇ ਦੀਨ ਧਰਮ ਨੂੰ ਗਵਾ ਬੈਠਦੇ ਨੇ। ਦੁਨੀ ਨਾ ਚਾਲੀ ਸਾਥ, ਧਰਮ ਨੇ ਅੱਗੇ ਨਾਲ ਜਾਣਾ ਹੈ, ਪਰ ਆਹ ਜਿਹੜੀ ਦੁਨੀਆ ਹੈ, ਦੁਨੀ ਤੋਂ ਭਾਵ ਧਨ ਦੌਲਤ, ਇਹ ਕਿਸੇ ਦੇ ਨਾਲ ਨਹੀਂ ਜਾਂਦੀ। ਇਸੇ ਵਾਸਤੇ ਜਦੋਂ ਆਂਦਾ ਸਮਾਂ ਆਉਂਦਾ ਹੈ ਨਾ, ਜਿਹੜਾ ਮਾਇਆਧਾਰੀ ਮਨੁੱਖ ਹੈ, ਜਿਹੜਾ ਮਾਇਆ ਦੇ ਲਈ, ਦੁਨੀਆ ਦੇ ਲਈ ਦੀਨ ਅਮਾਨ ਵੇਚ ਦਿੰਦਾ ਹੈ, ਅਤੇ ਫਿਰ ਅਖੀਰ 'ਤੇ ਉਹਨੂੰ ਪਛਤਾਉਣਾ ਪੈਂਦਾ ਹੈ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਉਸ ਗਾਫਲ ਪ੍ਰਮਾਦੀ ਇਨਸਾਨ ਨੇ ਆਪਣੇ ਹੱਥਾਂ ਦੇ ਨਾਲ ਪਕੜ ਕੇ ਆਪਣੇ ਹੀ ਪੈਰਾਂ 'ਤੇ ਕੁਹਾੜਾ ਮਾਰਿਆ ਹੈ। ਜਿਵੇਂ ਕੋਈ ਆਪਣੇ ਆਪ ਹੀ ਕੁਹਾੜਾ ਆਪਣੇ ਪੈਰਾਂ 'ਤੇ ਮਾਰ ਲਵੇ, ਉਹਦੇ ਵਰਗਾ ਮੂਰਖ, ਨਾ ਸਮਝ ਅਤੇ ਬੁੱਧੀਹੀਨ ਕੌਣ ਹੋ ਸਕਦਾ ਹੈ? ਹੋਰ ਕੋਈ ਨਹੀਂ ਹੋ ਸਕਦਾ। ਕੋਈ ਦੂਜਾ ਸੱਟ ਫੇਟ ਮਾਰੇ ਤੇ ਸਮਝ ਆਉਂਦੀ ਫਲਾਣੇ ਨੇ ਮਾਰੀ ਹੈ, ਪਰ ਜਿਹੜਾ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰੇ, ਉਹਨੂੰ ਕੌਣ ਕਹਿੰਦਾ ਵੀ ਇਹ ਸਿਆਣਾ ਹੈ? ਇਸੇ ਲਈ ਉਹ ਤਾਂ ਮਹਾ ਮੂਰਖ ਹੈ, ਖਲ ਮੂਰਖ ਹੈ। ਇਸੇ ਲਈ ਭਗਤ ਜੀ ਕਹਿੰਦੇ ਜਿਹੜੇ ਲੋਕ ਦੁਨੀਆ ਦੇ ਵਾਸਤੇ ਧਰਮ ਵੇਚ ਦਿੰਦੇ ਨੇ, ਜਿਵੇਂ ਕਈ ਲੋਕ ਪਹਿਲਾਂ ਅੰਮ੍ਰਿਤ ਛਕ ਲੈਂਦੇ ਨੇ, ਕੀਰਤਨੀਏ ਵੀ ਬਣ ਜਾਂਦੇ ਨੇ, ਅਤੇ ਫਿਰ ਰਹਿਤ ਬਹਿਤ ਛੱਡ ਕੇ ਅਤੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਅਤੇ ਫਿਰ ਉਹ ਸ਼ਰਾਬੀਆਂ ਕਬਾਬੀਆਂ ਦੇ ਵਿੱਚ ਰਲ ਕੇ, ਅਤੇ ਫਿਰ ਉਹ ਗੰਦੇ ਗੀਤ ਸੰਗੀਤ ਵਿੱਚ ਉਲਝ ਜਾਂਦੇ ਨੇ। ਉਹ ਲੋਕ ਜਿਹੜੇ ਮਾਇਆ ਬਦਲੇ ਆਪਣੇ ਧਰਮ ਨੂੰ ਗਵਾਉਂਦੇ ਨੇ, ਉਹ ਤਾਂ ਗਾਫਲ ਨੇ, ਪ੍ਰਮਾਦੀ ਨੇ, ਉਹ ਤਾਂ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਦੇ ਨੇ। ਜਾਂ ਕਈ ਲੋਕ ਵਿਦੇਸ਼ਾਂ ਵਿੱਚ ਜਾਣ ਵਾਸਤੇ ਆਪਣੀ ਸਿੱਖੀ ਨੂੰ ਗਵਾ ਦਿੰਦੇ ਨੇ, ਕੇਸ ਕਤਲ ਕਰਵਾ ਦਿੰਦੇ ਨੇ। ਇਹੋ ਜਿਹੇ ਲੋਕ ਜਿਹੜੇ ਦੁਨੀਆ ਦੇ ਵਾਸਤੇ ਆਪਣੇ ਦੀਨ ਧਰਮ ਨੂੰ ਗਵਾ ਦਿੰਦੇ ਨੇ, ਵੀ ਉਹ ਤਾਂ ਮੂਰਖ ਬੰਦੇ ਨੇ, ਪ੍ਰਮਾਦੀ ਇਨਸਾਨ ਨੇ, ਅਤੇ ਉਹ ਤਾਂ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਲੈਂਦੇ ਹਨ। ਕਬੀਰ ਜਹ ਜਹ ਹੋਂ ਫਿਰਿਓ, ਕੌਤਕ ਠਾਓ ਠਾਏ। ਲੋ ਜਦੋਂ ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ, ਸਵਾਮੀ ਰਾਮਾਨੰਦ ਜੀ ਦੇ ਪਾਸ ਹੋਰ ਵੀ ਕਈ ਇਹਨਾਂ ਦੇ ਸਮਕਾਲੀ ਭਗਤ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਆਦਿਕ ਉੱਥੇ ਰਹਿੰਦੇ ਸਨ। ਕਾਂਸ਼ੀ ਵਿੱਚ ਕੋਈ ਮੇਲਾ ਲੱਗਿਆ, ਅਤੇ ਜਿੰਨੇ ਵਿਦਿਆਰਥੀ ਸਨ ਉਹ ਰਾਮਾਨੰਦ ਜੀ ਦੇ ਪਾਸ ਗਏ, ਕਹਿਣ ਲੱਗੇ, ਸਵਾਮੀ ਜੀ ਸਾਨੂੰ ਛੁੱਟੀ ਦਿਓ, ਅੱਜ ਮੇਲੇ ਦਾ ਦਿਨ ਹੈ, ਅਸੀਂ ਵੀ ਮੇਲੇ ਦੀਆਂ ਰੌਣਕਾਂ ਵੇਖ ਆਈਏ।
ਸਵਾਮੀ ਰਾਮਾਨੰਦ ਜੀ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਮੇਲਾ ਦੇਖਣਾ ਚਾਹੁੰਦੇ ਹੋ ਤੇ ਜਾਓ, ਮੇਲਾ ਦੇਖ ਆਓ। ਹੁਣ ਭਗਤ ਕਬੀਰ ਜੀ ਵੈਰਾਗੀ ਮਹਾਂਪੁਰਖ ਸਨ ਤੇ ਇਹਨਾਂ ਨੂੰ ਕਹਿਣ ਲੱਗੇ ਤੁਸੀਂ ਵੀ ਜਾਓ। ਇਹ ਵੀ ਚਲੇ ਗਏ, ਪਰ ਇਹਨਾਂ ਦਾ ਮੇਲੇ ਵਿੱਚ ਮਨ ਨਹੀਂ ਲੱਗਿਆ। ਕੋਈ ਸਾਧੂ ਮਿਲ ਗਿਆ ਤੇ ਉਹਨੂੰ ਇੱਕ ਪਾਸੇ ਲੈ ਗਏ, ਇਕਾਂਤ ਵਿੱਚ ਬੈਠ ਕੇ ਉਹਦੇ ਨਾਲ ਰੱਬ ਦੇ ਘਰ ਦੀਆਂ ਗੱਲਾਂ ਕੀਤੀਆਂ, ਆਪਣਾ ਸਮਾਂ ਸਫਲ ਕੀਤਾ। ਧੰਨ 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 ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਪਾਣੀ। ਹੁਣ ਉਹ ਮੇਲਾ ਵਿਝੜ ਗਿਆ, ਸਾਰੇ ਵਿਦਿਆਰਥੀ ਸਿਖਿਆਰਥੀ ਵਾਪਸ ਮੁੜੇ ਨੇ। ਭਗਤ ਕਬੀਰ ਜੀ ਵੀ ਆਏ। ਸਵਾਮੀ ਰਾਮਾਨੰਦ ਜੀ ਨੇ ਪੁੱਛਿਆ ਸਾਰਿਆਂ ਨੂੰ, ਭਾਈ ਉਸ ਮੇਲੇ ਵਿੱਚ ਜਾ ਕੇ ਕੀ ਦੇਖਿਆ? ਤਾਂ ਸਾਰਿਆਂ ਨੇ ਆਪੋ ਆਪਣਾ ਦੱਸਿਆ, ਮੈਂ ਆਹ ਵੇਖ ਕੇ ਆਇਆ, ਮੈਂ ਆਹ ਵੇਖ ਕੇ ਆਇਆ ਹਾਂ। ਜਦੋਂ ਭਗਤ ਕਬੀਰ ਜੀ ਦੀ ਵਾਰੀ ਆਈ, ਉਹਨਾਂ ਨੇ ਕੀ ਜਵਾਬ ਦਿੱਤਾ ਇੱਥੇ ਫਰਮਾਉਂਦੇ ਨੇ, ਕਬੀਰ ਜੈ ਜੈ ਹੋਂ ਫਿਰਿਓ। ਕਬੀਰ ਭਗਤ ਜੀ ਕਹਿੰਦੇ ਨੇ, ਮੈਂ ਜਿੱਥੇ ਜਿੱਥੇ ਮੇਲੇ ਵਿੱਚ ਫਿਰਿਆ, ਚੱਕਰ ਲਾਇਆ, ਕੌਤਕ ਠਾਓ ਠਾਏ, ਥਾਂ ਥਾਂ 'ਤੇ ਬੜੇ ਕੌਤਕ ਤਮਾਸ਼ੇ ਹੋ ਰਹੇ ਸਨ। ਕਿਧਰੇ ਕੋਈ ਨੱਚ ਟੱਪ ਰਿਹਾ ਸੀ, ਕਿਧਰੇ ਕੋਈ ਭਲਵਾਨਾਂ ਦੇ ਅਖਾੜੇ ਸਨ, ਕੁਸ਼ਤੀ ਕਰ ਰਿਹਾ ਸੀ, ਕੋਈ ਕੁਝ, ਥਾਂ ਥਾਂ 'ਤੇ ਬੜੇ ਤਮਾਸ਼ੇ ਹੋ ਰਹੇ ਸਨ। ਇਕ ਰਾਮ ਸਨੇਹੀ ਬਾਹਰਾ, ਊਜਰ ਮੇਰੇ ਪਾਏ। ਪਰ ਇੱਕ ਰੱਬ ਦਾ ਪ੍ਰੇਮੀ ਭਗਤ, ਕੋਈ ਮਹਾਂਪੁਰਖ ਗੁਰਮੁਖ ਬੰਦਾ ਸਾਨੂੰ ਮਿਲ ਗਿਆ। ਅਸੀਂ ਉਹਦੇ ਕੋਲੇ ਬੈਠ ਕੇ ਆਪਣਾ ਸਮਾਂ ਸਫਲ ਕੀਤਾ। ਊਜਰ ਮੇਰਾ ਪਾਏ, ਮੇਰੇ ਪਾਣੇ ਦਾ ਜਿਹੜਾ ਮੇਲਾ ਸੀ ਉਹ ਉਜਾੜ ਹੀ ਸੀ। ਕਿਉਂ? ਉੱਥੇ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਹੋਰ ਨਹੀਂ ਸੀ। ਸਾਰੇ ਰੱਬ ਨੂੰ ਭੁੱਲੇ ਹੋਏ ਸਨ। ਜਿੱਥੇ ਰੱਬ ਭੁੱਲ ਜਾਵੇ ਉਹ ਉਜਾੜ ਹੀ ਹੈ, ਉਹ ਜੰਗਲ ਹੀ ਹੈ। ਇਸੇ ਲਈ ਭਗਤ ਕਬੀਰ ਜੀ ਦੀ ਦ੍ਰਿਸ਼ਟੀ ਦੁਨੀਆ ਦੇ ਨਾਲੋਂ ਵੱਖਰੀ ਹੈ। ਆਪਾਂ ਤੇ ਜਿੱਥੇ ਬਹੁਤਾ ਮੇਲਾ ਹੋਵੇ, ਭੀੜ ਹੋਵੇ, ਅਸੀਂ ਉਸ ਨੂੰ ਚੰਗੀ ਰੌਣਕ ਸਮਝਦੇ ਹਾਂ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿੱਥੇ ਬੰਦਗੀ ਵਾਲੀ ਥਾਂ ਹੋਵੇ, ਉਹਨੂੰ ਰੌਣਕ ਵਾਲੀ ਥਾਂ ਸਮਝਦੇ ਹਨ। ਕਬੀਰ ਸੰਤਨ ਕੀ ਝੁੰਗੀਆ ਭਲੀ, ਪਾਠਕ ਸੱਤੀ ਗਾਓ। ਕਬੀਰ ਸੰਤਨ ਕੀ ਝੁੰਗੀਆ ਭਲੀ। ਕਬੀਰ ਭਗਤ ਜੀ ਕਹਿੰਦੇ ਨੇ ਵੀ ਵੇਖੋ, ਇੱਕ ਪਾਸੇ ਕੋਈ ਰੱਬ ਦਾ ਬੰਦਾ ਹੈ, ਗਰੀਬ ਹੈ, ਕੁੱਲੀ ਵਿੱਚ ਰਹਿੰਦਾ ਹੈ। ਦੂਜੇ ਪਾਸੇ ਕੋਈ ਮਾਇਆ ਧਾਰੀ ਹੈ, ਉਹਨੇ ਵੱਡੇ ਵੱਡੇ ਮੰਦਰ ਮਹਿਲ ਬਣਾਏ ਹੋਏ ਨੇ। ਉਹਨਾਂ ਵਿੱਚੋਂ ਚੰਗਾ ਕੌਣ ਹੈ? ਤਾਂ ਭਗਤ ਕਬੀਰ ਜੀ ਇਹਦੇ ਬਾਰੇ ਨਿਰਣਾ ਕਰਦੇ ਹਨ। ਕਬੀਰ ਸੰਤਨ ਕੀ ਝੁੰਗੀਆ ਭਲੀ, ਵੀ ਜਿਹੜੇ ਬੰਦਗੀ ਕਰਨ ਵਾਲੇ ਰੱਬ ਦੇ ਪਿਆਰੇ ਨੇ, ਚਾਹੇ ਉਹ ਗਰੀਬ ਹੀ ਹਨ, ਕੁੱਲੀ ਵਿੱਚ ਰਹਿੰਦੇ ਨੇ, ਉਹਨਾਂ ਦੀ ਝੁੰਗੀਆ ਦਾ ਅਰਥ ਹੈ ਉਹ ਝੁੱਗੀ, ਉਹ ਛੰਨ, ਉਹ ਕੁੱਲੀ ਵੀ ਚੰਗੀ ਹੈ। ਪਾਠਕ ਸੱਤੀ ਗਾਓ, ਜਿਹੜੇ ਕੁਸੱਤੀ ਦਾ ਅਰਥ ਹੈ ਚੋਰ ਨੇ, ਡਾਕੂ ਨੇ, ਬੇਈਮਾਨ ਨੇ, ਧਰਮ ਤੋਂ ਹੀਣੇ ਲੋਕ ਨੇ, ਬੇਈਮਾਨ ਹਨ। ਤੇ ਕੁਸੱਤੀ ਦਾ ਅਰਥ ਕੀਤਾ ਜਿਹੜਾ ਝੂਠ ਬੋਲਦੇ ਆ ਤੇ ਖੋਟਾ ਹੱਠ ਕਰਦੇ ਨੇ, ਫਿਰ ਉੱਥੇ ਆੜੀ ਜਾਂਦੇ ਨੇ, ਕੋਈ ਗੱਲ ਸੁਣ ਮੰਨਣ ਲਈ ਤਿਆਰ ਹੀ ਨਹੀਂ। ਤੇ ਇਹੋ ਜਿਹੇ ਜਿਹੜੇ ਝੂਠੇ ਲੋਕ ਨੇ, ਤੇ ਉਹ ਤੇ ਭੱਠੀ ਵਾਂਗੂ ਉਹਨਾਂ ਦੇ ਪਿੰਡ ਸਾਨੂੰ ਸੜਦੇ ਬਲਦੇ ਪ੍ਰਤੀਤ ਹੋ ਰਹੇ ਹਨ। ਆਗ ਲਗੋ ਤਿਹ ਧੌਲ ਹਰ, ਜਿਹ ਨਾਹੀ ਹਰ ਕੋ ਨਾਓ। ਲੋ ਭਗਤ ਜੀ ਕਹਿੰਦੇ ਨੇ ਵੀ ਇਹੋ ਜਿਹੇ ਧੌਲਰਾਂ ਨੂੰ, ਇਹੋ ਜਿਹੇ ਮਹਿਲ ਮਾੜੀਆਂ ਨੂੰ ਅੱਗ ਲੱਗ ਜਾਵੇ। ਕਿਹੜਿਆਂ ਨੂੰ? ਜਿਹ ਨਾਹੀ ਹਰ ਕੋ ਨਾਓ, ਜਿੱਥੇ ਭਾਈ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਿਆ ਜਾਂਦਾ। ਇਹੋ ਜਿਹੇ ਮਹਿਲਾਂ ਨੂੰ, ਇਹੋ ਜਿਹੇ ਘਰਾਂ ਨੂੰ, ਇਹੋ ਜਿਹੇ ਧੌਲਰਾਂ ਨੂੰ ਅੱਗ ਲੱਗ ਜਾਵੇ। ਅਸੀਂ ਉਹਨਾਂ ਤੋਂ ਕੀ ਲੈਣਾ? ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਧਾਮਾਂ ਦੀ ਯਾਤਰਾ ਲਈ ਨਿਕਲੇ, ਜਦੋਂ ਗੋਇੰਦਵਾਲ ਸਾਹਿਬ ਨੂੰ ਆ ਰਹੇ ਸਨ, ਤਰਨ ਤਾਰਨ ਸਾਹਿਬ ਜੀ ਤੋਂ, ਰਸਤੇ ਵਿੱਚ ਬੱਦਲਵਾਈ ਹੋ ਗਈ, ਮੌਸਮ ਨੇ ਮਿਜਾਜ ਬਦਲਿਆ। ਤੇ ਨਾਲ ਦੇ ਗੁਰਸਿੱਖ ਸੇਵਾਦਾਰ ਕਹਿਣ ਲੱਗੇ, ਮਹਾਰਾਜ ਮੀਂਹ ਦੀ ਸੰਭਾਵਨਾ ਹੈ, ਹਨੇਰੀ ਵਗਣੀ ਸ਼ੁਰੂ ਹੋ ਗਈ ਹੈ। ਜੇ ਆਪਾਂ ਇੱਥੇ ਕਿਸੇ ਨਗਰ ਵਿੱਚ ਰਾਤ ਵਿਸ਼ਰਾਮ ਕਰ ਲਈਏ, ਸਵੇਰੇ ਚਲੇ ਚੱਲਾਂਗੇ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਪੁੱਛ ਲਵੋ। ਉੱਥੇ ਖਾਨਖਾਨਾ ਪਿੰਡ ਸੀ, ਮੁਸਲਮਾਨਾਂ ਦਾ ਪਿੰਡ ਸੀ, ਪਠਾਣਾਂ ਦਾ। ਉੱਥੇ ਗੁਰਸਿੱਖ ਗਏ, ਜਾ ਕੇ ਪੁੱਛਿਆ ਵੀ ਗੁਰੂ ਮਹਾਰਾਜ ਇੱਥੇ ਵਿਸ਼ਰਾਮ ਕਰਨਾ ਚਾਹੁੰਦੇ ਨੇ, ਰਾਤ ਰਹਿਣਾ ਚਾਹੁੰਦੇ ਨੇ,
ਕੀ ਤੁਹਾਡੇ ਕੋਈ ਜਗ੍ਹਾ ਹੈ, ਕੋਈ ਪ੍ਰੇਮੀ ਹੈ ਜਿਹੜਾ ਉਹਨਾਂ ਨੂੰ ਰੱਖ ਲਵੇ? ਉਹ ਕਹਿੰਦੇ ਸਾਡਾ ਪਿੰਡ ਤੇ ਮੁਸਲਮਾਨਾਂ ਦਾ ਹੈ, ਇੱਥੇ ਕੋਈ ਗੁਰੂ ਦਾ ਮੁਰੀਦ ਨਹੀਂ ਹੈ, ਕੋਈ ਗੁਰੂ ਦਾ ਸਿੱਖ ਨਹੀਂ ਹੈ, ਤੁਸੀਂ ਜਾ ਕੇ ਕਿਧਰੇ ਹੋਰ ਰਾਤ ਕੱਟ ਲਵੋ। ਜਵਾਬ ਦੇ ਦਿੱਤਾ। ਫਿਰ ਪੁੱਛਿਆ ਵੀ ਇੱਥੇ ਹੋਰ ਕੌਣ ਹੈ? ਕਿਸੇ ਰਾਹੀ ਨੇ ਦੱਸਿਆ ਵੀ ਇੱਥੇ ਇੱਕ ਗਰੀਬ ਗੁਰੂ ਦਾ ਸਿੱਖ ਵੀ ਰਹਿੰਦਾ, ਨੇੜੇ ਝਿੜੀ ਹੈ, ਉਹਦੇ ਵਿੱਚ ਉਹ ਰਹਿੰਦਾ ਹੈ, ਉਹਦਾ ਨਾਮ ਹੈ ਭਾਈ ਹਿੰਮਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਭਾਈ ਫਿਰ ਉਸ ਗਰੀਬ ਸਿੱਖ ਦੇ ਘਰ ਜਾਂਦੇ ਹਾਂ। ਜਦੋਂ ਉੱਥੇ ਗਏ, ਹੁਣ ਉਹ ਇੰਨਾ ਪ੍ਰਸੰਨ ਹੋਇਆ, ਹੁਣ ਉਹਦਾ ਪੈਰ ਨਾ ਲੱਗੇ ਥੱਲੇ, ਕਹਿੰਦਾ ਕੀੜੀ ਦੇ ਘਰੇ ਨਾਰਾਇਣ ਆ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੜੇ ਚਿਰਾਂ ਦਾ ਅਰਦਾਸਾਂ ਬੇਨਤੀਆਂ ਕਰਦਾ ਸੀ, ਅੱਜ ਮੇਰੀ ਵਾਹਿਗੁਰੂ ਨੇ ਸੁਣ ਲਈ ਹੈ, ਤੁਸੀਂ ਚਰਨ ਪਾਏ ਨੇ। ਅਤੇ ਸਾਰੀ ਰਾਤ ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ, ਰੁੱਖਾ ਮਿੱਸਾ ਲੰਗਰ ਜਿਹੋ ਜਿਹਾ ਸੀ ਉਹ ਤਿਆਰ ਕਰਕੇ ਛਕਾਇਆ ਗਿਆ। ਅਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤੇ ਸਨ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਰ ਸੋਇਨ ਚੌਬਾਰੇ, ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਇਹ ਵੀ ਪੌੜੀ ਉੱਥੇ ਉਚਾਰਨ ਕੀਤੀ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਐਠ ਤਨ ਰੂਪਹੀਨ ਕਿਰਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਸਕੀ ਧੂੜ ਮਨ ਉਧਰੈ ਜਿਸ ਹੋਏ ਸੋ ਪ੍ਰਸੰਨਾ। ਜਿੱਥੇ ਕੋਈ ਰੱਬ ਦਾ ਪਿਆਰਾ ਬੈਠ ਕੇ ਬੰਦਗੀ ਕਰਦਾ ਹੋਵੇ ਵੀ ਉਹ ਕੁੱਲੀ ਵੀ ਚੰਗੀ ਹੈ, ਅਤੇ ਜਿੱਥੇ ਰੱਬ ਦਾ ਨਾਮ ਨਹੀਂ, ਚਾਹੇ ਵੱਡੇ ਵੱਡੇ ਮਹਿਲ ਨੇ, ਵੱਡੇ ਵੱਡੇ ਸ਼ੀਸ਼ ਮਹਿਲ ਨੇ, ਚਾਹੇ ਸੋਨੇ ਦੇ ਮਹਿਲ ਨੇ, ਉਹਨਾਂ ਨੂੰ ਅੱਗ ਲੱਗ ਜਾਵੇ, ਅਸੀਂ ਉਹਨਾਂ ਤੋਂ ਲੈਣਾ ਕੀ ਹੈ ਜਿੱਥੇ ਜਾ ਕੇ ਰੱਬ ਭੁੱਲਦਾ ਹੋਵੇ। ਇਹ ਹੈ ਭਗਤ ਕਬੀਰ ਜੀ ਦੀ ਪਾਵਨ ਬਾਣੀ ਦੀ ਸਿੱਖਿਆ ਜੋ ਆਪਾਂ ਸਰਵਣ ਕੀਤੀ ਹੈ। ਇਹਨੂੰ ਆਪਾਂ ਜੇਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਸੰਤਨ ਕੀ ਝੁੰਗੀਆ ਭਲੀ, ਪਾਠ ਕੁਸਤੀ ਗਾਓ, ਆਗ ਲਗੋ ਤਹ ਧੌਲ ਹਰ, ਜਿਹ ਨਾਹੀ ਹਰ ਕੋ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।